परम सम्मानयोग गुरु प्यारिओ, वाहिगुरु जी का खालसा, वाहिगुरु जी की फतेह। सिख मिशन कालेज लुधियाना ਵੱਲੋਂ HMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਸਿੱਖ ਮਿਸ਼ਨ ਕਾਲਜ ਵੱਲੋਂ ਧਰਮ ਪ੍ਰਚਾਰ ਲਈ ਜਿੱਥੇ ਅਨੇਕਾਂ ਪ੍ਰੋਜੈਕਟ ਚੱਲ ਰਹੇ ਹਨ, ਸਿੱਖ ਲੁਆੜੀ ਮਾਸਿਕ ਪੱਤਰ, ਮੰਥਲੀ ਮੈਗਜ਼ੀਨ, 2 ਸਾਲਾ ਕੋਰਸਪੋਂਡੈਂਸ ਕੋਰਸ ਡਾਕ ਰਾਹੀਂ ਘਰ ਬੈਠੇ ਬਿਠਾਏ ਕਰ ਸਕਦੇ ਹੋ। ਲਿਟਰੇਚਰ ਤਕਰੀਬਨ 470 ਦੇ ਕਰੀਬ ਕਿਤਾਬਾਂ ਇੰਗਲਿਸ਼, ਪੰਜਾਬੀ, ਹਿੰਦੀ 'ਚ, ਔਰ ਫ੍ਰੀ ਲਿਟਰੇਚਰ ਜੋ ਹਰ ਮਹੀਨੇ ਤਕਰੀਬਨ 50,000 ਦੀ ਗਿਣਤੀ 'ਚ ਵੰਡਿਆ ਜਾਂਦਾ। ਧਰਮ ਪ੍ਰਚਾਰ ਦੇ ਸਾਧਨ ਹਨ, ਉਹਨਾਂ ਸਾਧਨਾਂ ਵਿੱਚੋਂ ਇੱਕ ਸਾਧਨ ਹੈ ਇਹ ਕਲਾਸ। ਕੋਸ਼ਿਸ਼ ਕਰ ਰਹੇ ਹਾਂ ਲਗਭਗ 3 ਸਾਲ ਤੋਂ, ਜਦੋਂ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਕੋਵਿਡ ਨਾਮ ਦੀ ਚੀਜ਼ ਭੇਜ ਦਿੱਤੀ ਔਰ ਸਾਨੂੰ ਮੌਕਾ ਮਿਲਿਆ ਇਹ ਸਿੱਖਣ ਦਾ। ਅਸੀਂ ਸਿੱਖਿਆ ਤੇ ਇਹ ਕਲਾਸ ਸ਼ੁਰੂ ਹੋਈ। ਤਕਰੀਬ 3 ਸਾਲ ਦੇ ਕਰੀਬ, ਲਗਭਗ ਹੋਰ ਮਹੀਨੇ ਤੱਕ 3 ਸਾਲ ਦਾ ਸਮਾਂ ਹੋ ਜਾਏਗਾ। ਬਹੁਤ ਸਾਰੀਆਂ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਇਹ ਵੀ ਜਾਣਦੇ ਹਾਂ ਕਿ ਸਿੱਖ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ। ਸ਼ਹਾਦਤਾਂ ਹੀ ਸ਼ਹਾਦਤਾਂ ਜਦੋਂ ਨਜ਼ਰ ਆਉਂਦੀਆਂ ਨੇ। ਹਸਤੀ ਨੂੰ ਕਾਇਮ ਰੱਖਣ ਲਈ ਆਪਾਂ ਕੁਰਬਾਨ ਕਰਨਾ, ਇਹ ਸਿੱਖ ਸਿਧਾਂਤ ਦਾ ਇੱਕ ਅਸੂਲ ਹੈ। ਤੇ ਉਸ ਕੁਰਬਾਨੀਆਂ ਦੇ ਵਿੱਚੋਂ ਇੱਕ ਅਮੋਲਕ ਸ਼ਹਾਦਤ ਭਾਈ ਤਾਰੂ ਸਿੰਘ ਜੀ ਦੀ ਹੈ। ਆਪ ਸਾਰੇ ਜਾਣਦੇ ਹੋ ਭਾਈ ਤਾਰੂ ਸਿੰਘ ਦੀ ਸ਼ਹਾਦਤ ਅਸੀਂ ਕਈ ਵਾਰੀ ਸੁਣੀ ਹੋਏਗੀ, ਵਿਚਾਰ ਵੀ ਕੀਤੀ ਹੋਏਗੀ, ਪਰ ਸ਼ਹਾਦਤਾਂ ਸਾਨੂੰ ਦਿੰਦੀਆਂ ਕੀ ਹਨ, ਕੌਮ ਨੂੰ ਸੁਨੇਹਾ ਕੀ ਹੁੰਦਾ ਹੈ, ਅੱਜ ਉਹ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ। ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਸਿੱਖ ਨੌਜਵਾਨ ਨੂੰ ਕੀ ਸੁਨੇਹਾ ਦਿੰਦੀ ਹੈ, ਉਹ ਵਿਚਾਰ ਵੀਰ ਮਨਮੋਹਨ ਸਿੰਘ ਜੀ ਆਪ ਜੀ ਨਾਲ ਸਾਂਝੀ ਕਰ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ। ਸਿੱਖ ਭਾਈ ਤਾਰੂ ਸਿੰਘ ਦੀ ਸ਼ਹੀਦੀ ਸਿੱਖ ਨੌਜਵਾਨ ਨੂੰ ਸੁਨੇਹਾ, ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਇਸ ਆਨਲਾਈਨ ਕਲਾਸ ਵਿੱਚ ਹਾਜ਼ਰੀ ਭਰਦੇ ਹੋਏ ਸਮੂਹ ਗੁਰਮੁਖ ਪਿਆਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਵਡਭਾਗੀ ਜੀਵ ਹੋ ਜੋ ਕਿ ਇਸ ਕਲਾਸ ਵਿੱਚ ਹਾਜ਼ਰੀ ਭਰ ਕੇ ਸਿੱਖ ਧਰਮ ਦੇ ਵਡਮੁੱਲੇ ਵਿਰਸੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਅਤੇ ਗੁਰਮਤਿ ਦੇ ਜੋ ਸਿਧਾਂਤ ਹਨ, ਉਹਨਾਂ ਤੋਂ ਜਾਣੂ ਹੋਣ ਦਾ ਇੱਕ ਉਪਰਾਲਾ ਹੈ, ਕੋਸ਼ਿਸ਼ ਕਰ ਰਹੇ ਹਨ। ਸੋ ਗੁਰੂ ਪਿਆਰ ਵਾਲਿਓ, ਜੋ ਅੱਜ ਦਾਸ ਨੂੰ ਹੁਕਮ ਹੋਇਆ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਅਤੇ ਨੌਜਵਾਨਾਂ ਪ੍ਰਤੀ ਜੋ ਸੁਨੇਹਾ ਹੈ, ਉਹਦੇ ਉੱਤੇ ਅਸੀਂ ਵਿਚਾਰ ਕਰੀਏ। ਸ਼ਹੀਦ ਜੋ ਹਨ ਉਹ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ, ਤੇ ਜਿਵੇਂ ਵੀਰ ਜੀ ਨੇ ਦੱਸਿਆ ਕਿ ਸਿੱਖ ਕੌਮ ਦਾ ਸਾਰਾ ਇਤਿਹਾਸ ਹੀ ਜੋ ਹੈ ਉਹ ਸ਼ਹਾਦਤਾਂ ਨਾਲ ਭਰਿਆ ਹੈ। ਸ਼ਹੀਦ ਵੀ ਕਮਾਲ ਦੇ ਹਨ। ਹਰ ਸ਼ਹੀਦ ਦੇ ਜੇ ਕਦੇ ਫਲਸਫੇ ਨੂੰ ਪੜ੍ਹੀਏ, ਕਿਤੇ ਉਸਦੇ ਚਿੱਤਰ ਦੇ ਸਾਹਮਣੇ ਖੜੋਈਏ, ਤਾਂ ਹਰ ਸ਼ਹਾਦਤ ਕੋਈ ਅਜੀਬੋ ਗਰੀਬ ਮਨੁੱਖ ਨੂੰ ਜੋ ਹੈ ਇੱਕ ਸੁਨੇਹਾ ਦੇ ਰਹੀ ਹੈ। ਦੇਖਣ ਵਾਲਾ ਵੀ ਹੈਰਾਨ ਹੋ ਜਾਂਦਾ ਹੈ ਕਿ ਜ਼ਬਰ ਤੇ ਜ਼ੁਲਮ ਕਰਨ ਵਾਲਾ ਇਤਨਾ ਜਾਬਰ ਹੈ, ਇਤਨਾ ਜ਼ਬਰ ਕਰ ਰਿਹਾ ਹੈ। ਤੇ ਕਮਾਲ ਹੈ ਗੁਰੂ ਕੇ ਸਿੱਖਾਂ ਦੀ, ਜੋ ਸਬਰ ਦੇ ਵਿੱਚ ਰਹਿ ਕੇ ਉਸ ਜ਼ਬਰ ਨੂੰ ਜੋ ਹੈ ਉਹ ਕਿਤੇ ਸਹਿ ਰਹੇ ਹਨ, ਤੇ ਕਿਤੇ ਜਾਬਰ ਨੂੰ, ਜ਼ਾਲਮ ਨੂੰ ਮੈਦਾਨ ਜੰਗ ਦੇ ਵਿੱਚ ਵੰਗਾਰ ਕੇ ਸੀਸ ਉਹਦੇ ਨੇਜਿਆਂ ਦੇ ਉੱਤੇ ਟੰਗ ਕੇ ਕਿਤੇ ਜੈਕਾਰੇ ਲਾ ਰਹੇ। ਸੋ ਗੁਰੂ ਪਿਆਰ ਵਾਲਿਓ, ਜਿਸ ਮਹਾਨ ਸ਼ਹੀਦ ਦੀ, ਸ਼ਹੀਦ ਤਾਂ ਸਾਰੇ ਹੀ ਮਹਾਨ ਹਨ, ਪਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਰਾਹੀਂ ਇੱਕ ਸੁਨੇਹਾ ਦਿੱਤਾ ਕਿ ਸਿੱਖੀ ਦਾ ਨਿਰਾਲਾਪਨ, ਸਿੱਖੀ ਦੀ ਜੋ ਨਿਆਰੀ ਹੋਂਦ ਹੈ, ਉਸ ਦੇ ਵਾਸਤੇ ਸਿੱਖ ਜੋ ਹੈ ਉਹ ਕਿਤਨਾ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਦਾ ਹੈ, ਅਤੇ ਜੋ ਗੁਰੂ ਕੀ ਮੋਹਰ ਹੈ, ਜੋ ਕੇਸ ਹਨ,
ਉਹਨਾਂ ਦੇ ਵਾਸਤੇ ਆਪਣੀ ਜਾਨ ਦੀ ਬਾਜੀ ਲਾਉਣ ਨੂੰ ਤਿਆਰ ਹੈ। ਜਿਵੇਂ ਕਿਸੇ ਮੋਹਰ ਤੋਂ ਬਿਨਾ ਕੋਈ ਵੀ ਦਸਤਾਵੇਜ਼, ਕੋਈ ਵੀ ਡਿਗਰੀ, ਕੋਈ ਵੀ ਕਾਗਜ਼ ਕੰਮ ਦਾ ਨਹੀਂ। ਜੇ ਕਦੇ ਸਿੱਖ ਦੇ ਕੋਲ ਗੁਰੂ ਦੀ ਮੋਹਰ ਨਹੀਂ ਤਾਂ ਸਿੱਖ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਗੁਰੂ ਦਾ ਸਿੱਖ ਹਾਂ। ਭਾਈ ਤਾਰੂ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਖੋਪਰ ਲਾ ਕੇ ਸਮੇਂ ਦੇ ਜ਼ਾਲਮ ਨੇ ਭਰਪੂਰ ਜਵਾਨੀ 25 ਸਾਲ ਦੀ ਉਮਰ ਦੇ ਅੰਦਰ ਉਹਨਾਂ ਨੂੰ ਸ਼ਹੀਦ ਕੀਤਾ। ਉਹਨਾਂ ਦਾ ਜਨਮ ਜੋ ਸੀ 1720 ਦੇ ਵਿੱਚ ਪੂਲੇ ਪਿੰਡ ਦੇ ਅੰਦਰ ਅੰਮ੍ਰਿਤਸਰ ਦੀ ਉਸ ਧਰਤੀ ਦੇ ਉੱਤੇ ਹੋਇਆ। ਪਿਤਾ ਜੀ ਭਾਈ ਜੋਧ ਸਿੰਘ ਜੀ, ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਕਿਤੇ ਦੁਸ਼ਮਣਾਂ ਦੇ ਨਾਲ ਲਾਹਾ ਲੈਂਦੇ ਹੋਏ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਏ ਹਨ। ਮਾਤਾ ਧਰਮ ਕੌਰ ਜੀ ਹਨ। ਘਰ ਦੇ ਵਿੱਚ ਇੱਕ ਭੈਣ ਹੈ। ਭਾਈ ਸਾਹਿਬ ਜੀ ਆਪਣੀ ਕਿਰਤ ਵਿਰਤ ਕਰਦੇ ਹਨ, ਜ਼ਿਮੀਂਦਾਰੀ ਕਰਦੇ ਹਨ। ਬੜਾ ਨੇਕ ਸੁਭਾਅ ਹੈ, ਬੜਾ ਗੁਰਮੁਖ ਸੁਭਾਅ ਹੈ। ਖੇਤੀ ਕਰਦੇ, ਕਿਰਤ ਕਰਦੇ, ਉਹ ਜੋ ਨੇ ਦੁਖੀਆਂ ਦੀ, ਦਰਦਵੰਦਾਂ ਦੀ ਜਿੱਥੇ ਉਹਨਾਂ ਦੀ ਮਦਦ ਕਰਦੇ ਹਨ, ਉੱਥੇ ਨਾਲ ਹੀ ਜੋ ਜ਼ੁਲਮ ਦੇ ਖਿਲਾਫ ਲੜਨ ਤੇ ਜੂਝਣ ਵਾਲੇ ਗੁਰੂ ਕੇ ਸਿੰਘ ਹਨ, ਉਹਨਾਂ ਨੂੰ ਵੀ ਲੰਗਰ ਪਾਣੀ ਛਕਾਉਂਦੇ ਹਨ। ਉਹਨਾਂ ਦੀ ਵੀ ਜੋ ਹੈ ਕਿਤੇ ਸੇਵਾ ਜੋ ਹੈ ਕਰਦੇ। ਸੁਭਾਅ ਬੜਾ ਨੇਕ ਹੈ। ਸਤਸੰਗਤ ਕਰਦੇ ਹਨ, ਉਸ ਪ੍ਰਭੂ ਪਰਮਾਤਮਾ ਦੀ ਉਸਤਤੀ ਤੇ ਕੀਰਤਨ ਕਰਦੇ ਹਨ ਅਤੇ ਇਲਾਕੇ ਦੇ ਵਿੱਚ ਸਾਰੇ ਜੋ ਨੇ ਉਹ ਉਹਨਾਂ ਦਾ ਸਤਿਕਾਰ, ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਨੇਕ ਪੁਰਸ਼ ਜਾਣ ਕੇ ਉਹਨਾਂ ਦੀ ਜੋ ਹੈ ਉਹ ਸਤਿਕਾਰ ਕੀਤਾ ਜਾਂਦਾ ਹੈ। ਇਤਿਹਾਸਕਾਰ ਦੱਸਦੇ ਨੇ ਉਹਨਾਂ ਦੇ ਘਰ ਦੇ ਅੰਦਰ ਚੁੱਲ੍ਹਾ ਗੁਰੂ ਕੇ ਲੰਗਰ ਦੇ ਰੂਪ ਦੇ ਵਿੱਚ ਹਰ ਵੇਲੇ ਚੱਲਦਾ ਹੈ। ਆਏ ਗਏ ਦੀ ਸੇਵਾ ਹੈ। ਪੁਰਾਤਨ ਹਵਾਲਿਆਂ ਦੇ ਅੰਦਰ ਲੱਭਦਾ ਹੈ, ਪੂਲਾ ਨਾਮ ਗ੍ਰਾਮ ਮੈਂ ਨਿਕਟ ਪੜਾਵੈ ਬੈ, ਮਾਝੇ ਦੇਸ਼ ਮੈਂ ਲਖਾਏ ਸਭ ਕੋ ਸੁਹਾਵਤੇ, ਭਗਤ ਕਬੀਰ ਕੇ ਸੋ ਧਨੇ ਕੇ, ਸਰਬ ਸਰੀਰ ਤਾਰੂ ਸਿੰਘ ਨਾਮ ਮਮ ਭਗਤੀ ਕਮਾਵਤੇ, ਜਤੀ ਸਤੀ ਹਠੀ ਤਪੀ ਸੂਰਬੀਰ ਧੀਰ ਬਰ, ਪਰ ਪੁਕਾਰੀ ਭਾਰੀ ਜਗ ਜਪ ਜਗਾਵਤੇ, ਖੇਤੀ ਕਰਵਾਨੈ ਕਿਰਤ ਧਰਮ ਕੀ, ਛਕੈ ਛਕਾਵੈ ਧਰਮ ਕਮਾਵੈ ਕਰਾਵੈ, ਆਪ ਕਰਤ ਰਹਾ ਭਤੋ। ਕਿ ਹੱਥਾਂ ਦੇ ਨਾਲ ਕਿਰਤ ਕਰਦੇ ਹਨ, ਪ੍ਰਭੂ ਪਰਮਾਤਮਾ ਦੀ ਸਿਮਰਨ ਭਜਨ ਬੰਦਗੀ ਕਰਦੇ ਹਨ, ਸੰਗਤ ਲਗਾਉਂਦੇ ਹਨ, ਆਪ ਧਰਮ ਕਮਾਉਂਦੇ ਹਨ, ਲੋਕਾਂ ਨੂੰ ਧਰਮ ਸਿਖਾਉਂਦੇ ਹਨ, ਖੇਤੀ ਕਰਦੇ ਹਨ ਤੇ ਜ਼ਰੂਰਤਮੰਦਾਂ ਨੂੰ ਛਕਦੇ ਤੇ ਛਕਾਉਂਦੇ ਹਨ। 1716 ਦੇ ਵਿੱਚ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜੋ ਜ਼ੁਲਮਾਂ ਦੇ ਝੱਖੜ ਸਨ ਉਹ ਸਿੱਖ ਕੌਮ ਦੇ ਉੱਤੇ ਝੁੱਲਣੇ ਸ਼ੁਰੂ ਹੋ ਗਏ ਅਤੇ ਸਮੇਂ ਦਾ ਜਿਹੜਾ ਹਾਕਮ ਸੀ ਜ਼ਕਰੀਆ ਖਾਨ ਬਹਾਦਰ, ਉਸਨੇ ਅੱਤ ਦਾ ਜੋ ਸੀ ਜ਼ੁਲਮ ਸਿੱਖਾਂ ਦੇ ਉੱਤੇ ਸ਼ੁਰੂ ਕੀਤਾ। ਮੱਸੇ ਰੰਗੜ ਦੇ ਕਤਲ ਤੋਂ ਬਾਅਦ ਜ਼ਕਰੀਆ ਖਾਨ ਬਹਾਦਰ ਨੇ ਅੱਤ ਦਾ ਜੋ ਜ਼ੁਲਮ ਸੀ ਉਹ ਸ਼ੁਰੂ ਕੀਤਾ, ਹੁਕਮਨਾਮੇ ਲਾਗੂ ਕੀਤੇ ਕਿ ਇਸ ਇਲਾਕੇ ਦੇ ਅੰਦਰ ਜਿੱਥੇ ਵੀ ਕਿਤੇ ਕੋਈ ਸਿੱਖ ਲੱਭਦਾ ਹੈ ਉਹਨੂੰ ਮਾਰ ਦਿਓ, ਜਿਸ ਕੇ ਸਿਰ ਤੇ ਹੋਵੇਂ ਕੇਸ, ਰਹਿਣ ਨਾ ਦੇਨੋ ਆਪਣੇ ਦੇਸ਼, ਜੋ ਸਿੰਘਨ ਕੋ ਦਸੈ ਗ੍ਰਾਮ, ਉਹ ਵੀ ਲਿਖੈ ਬਹੁਤ ਇਨਾਮ, ਆਏ ਸਿੰਘ ਬਤਾਵੈ ਨਾਈ, ਉਹ ਵੀ ਆਪਣੀ ਜਾਨ ਗਵਾਈ, ਸਿੰਘਨ ਖੂਨ ਮਾਫ ਹਮ ਕੀਨੀ, ਜੈ ਲੱਭੈ ਤੈ ਮਾਰੋ ਚੀਨੀ, ਲੂਟ ਕੂਟ ਨੂੰ ਮਾਫ ਹਮ ਕਰੀ, ਲਿਖਤ ਹਮਾਰੀ ਇਹ ਜਾਨੋ ਖਰੀ। ਭਾਈ ਇਹਨਾਂ ਨੂੰ ਮਾਰ ਦਿਓ, ਇਹਨਾਂ ਦੇ ਘਰ ਘਾਟ ਉਜਾੜ ਦਿਓ। ਇਸ ਕੌਮ ਦੇ, ਇਹ ਦੇਸ਼ ਦੇ ਬਾਗੀ ਹਨ, ਇਹ ਹਾਕਮ ਦੇ ਬਾਗੀ ਹਨ। ਅਤੇ ਨੇਕ ਸੁਭਾਅ ਦੇ ਭਾਈ ਤਾਰੂ ਸਿੰਘ ਜੀ ਜੋ ਸਰਕਾਰ ਦਾ ਜੋ ਨਜ਼ਰਾਨਾ ਹੈ, ਜਿਸ ਨੂੰ ਅਸੀਂ ਟੈਕਸ ਕਹਿੰਦੇ ਹਾਂ, ਉਹ ਵੀ ਭਰ ਰਹੇ ਹਨ, ਕਿਰਤ ਵਿਰਤ ਕਰਦੇ ਹਨ, ਨੇਕ ਸੁਭਾਅ ਹੈ। ਤੇ ਗੁਰੂ ਪਿਆਰ ਵਾਲਿਓ, ਜਦੋਂ ਸਿੰਘ ਜੰਗਲਾਂ ਦੇ ਅੰਦਰ ਹਨ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ, ਸਿੱਖਾਂ ਦੇ ਉੱਤੇ ਅੱਤ ਦਾ ਜੋ ਸੀ ਉਹ ਜ਼ੁਲਮ ਦੇ ਝੱਖੜ ਝੁੱਲਣਾ ਸ਼ੁਰੂ ਹੋ ਗਏ, ਤਾਂ ਉਸ ਵੇਲੇ ਇਹ ਨੇਕ ਸੁਭਾਅ ਧਰਮ ਬਿਰਤੀ ਦੇ ਉਹ ਆਏ ਗਏ ਦੀ ਸੇਵਾ ਦੇ ਨਾਲ ਨਾਲ ਕਿਤੇ ਸਿੰਘਾਂ ਦੀ ਵੀ ਸੇਵਾ ਕਰਦੇ। ਮੁਖਬਰੀਆਂ ਹੋ ਰਹੀਆਂ ਹਨ, ਧੜਾਧੜ ਸਿੱਖਾਂ ਨੂੰ ਪਕੜਾਇਆ ਤੇ ਮਰਵਾਇਆ ਜਾ ਰਿਹਾ ਹੈ। ਤੇ ਭਾਈ ਤਾਰੂ ਸਿੰਘ ਜੀ ਉਸ ਸਮੇਂ ਆਪਣੀ ਕਿਰਤ ਵਿਰਤ ਦੇ ਵਿੱਚੋਂ ਜਿੱਥੇ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੇ ਹਨ, ਉੱਥੇ ਨਾਲ ਉਹਨਾਂ ਸਿੰਘਾਂ ਦੀ ਵੀ ਸੇਵਾ ਕਰ ਰਹੇ ਹਨ। ਪੁਰਾਤਨ ਹਵਾਲਿਆਂ ਦੇ ਵਿੱਚ ਇਹ ਹਵਾਲੇ ਲੱਭਦੇ ਹਨ। ਐਸੇ ਐਸੇ ਸਿੰਘ ਜਗਮਾਈ, ਭਾਈ ਸਾਹਿਬ ਜੀ ਦੇ ਬਾਰੇ ਜੋ ਲਿਖਿਆ ਲੱਭਦਾ ਹੈ ਕਿ ਇਹੋ ਜਿਹੇ ਸਿੰਘ ਸਨ, ਐਸੇ ਐਸੇ ਸਿੰਘ ਜਗਮਾਈ, ਸਿੰਘ ਛਕਾਏ ਪੀਆਂ ਦੀ ਖਾਈ, ਆਪ ਛਹੈ ਵੈ ਨੰਗ ਅਰ ਭੁੱਖ, ਦੇਖ ਸਕੇ ਨਾ ਸੰਗਣ ਦੁੱਖ, ਆਪ ਗੁਜ਼ਾਰੈ ਅਗਨੀ ਨਾਲ, ਸਿੰਘਨ ਕਲੈ ਪੁਸ਼ਾਕ ਸਵਾਰ, ਬਾਣ ਬਟ ਕਹੀ ਕਰੈ ਮਜੂਰੀ, ਭੇਜੈ ਸਿੰਘਨ ਪਾਸ ਜ਼ਰੂਰੀ। ਕਹਿੰਦੇ ਨੇ ਆਪ ਭੁੱਖੇ ਰਹਿ ਰਹੇ ਨੇ ਲੇਕਿਨ ਸਿੰਘਾਂ ਨੂੰ ਜ਼ਰੂਰ ਛਕਾ ਰਹੇ ਨੇ। ਆਪ ਜੋ ਨੇ ਉਹ ਅੱਗ ਦੇ ਕੋਲ ਬੈਠ ਕੇ
ਕੱਪੜੇ ਗਰਮ ਨਹੀਂ, ਸਿਆਲ ਹੰਢਾ ਲੈਂਦੇ ਹਨ, ਲੇਕਿਨ ਸਿੰਘਾਂ ਦੇ ਵਾਸਤੇ ਜੋ ਜੰਗਲਾਂ ਦੇ ਵਿੱਚ ਨੇ ਉਹਨਾਂ ਨੂੰ ਗਰਮ ਬਸਤਰ ਬਣਾ ਕੇ ਭੇਜਦੇ ਨੇ ਕਿ ਉਹ ਕੌਮ ਦੇ ਵਾਸਤੇ, ਉਹ ਪੰਥ ਦੇ ਵਾਸਤੇ, ਉਹ ਧਰਮ ਦੇ ਵਾਸਤੇ, ਉਹ ਇਨਸਾਨੀਅਤ ਦੇ ਵਾਸਤੇ ਜੂਝ ਰਹੇ ਹਨ। ਕਿਸੇ ਸਮੇਂ ਦੇ ਅੰਦਰ ਇੱਕ ਮੁਸਲਮਾਨ ਜੋ ਸੀ ਮਾਛੀ ਰਹੀਮ ਬਖਸ਼, ਜਿਸ ਦਾ ਇਤਿਹਾਸ ਦੇ ਅੰਦਰ ਨਾਂ ਆਉਂਦਾ ਹੈ, ਕਹਿੰਦੇ ਨੇ ਉਹ ਉਦਾਸ ਹੈ, ਉਹ ਭਾਈ ਸਾਹਿਬ ਜੀ ਦੇ ਕੋਲ ਫਰਿਆਦ ਲੈ ਕੇ ਆਇਆ ਕਿ ਮੇਰੀ ਜੋ ਬੱਚੀ ਹੈ ਉਸ ਨੂੰ ਪੱਟੀ ਦਾ ਜਿਹੜਾ ਫੌਜਦਾਰ ਹੈ ਉਹ ਚੁੱਕ ਕੇ ਲੈ ਗਿਆ। ਅਤੇ ਫਿਰ ਭਾਈ ਸਾਹਿਬ ਜੀ ਦੇ ਕੋਲ ਜਦੋਂ ਫਰਿਆਦੀ ਬਣ ਕੇ ਆਇਆ, ਉਸਨੇ ਧਾਹਾਂ ਮਾਰੀਆਂ, ਕੁਰਲਾਟ ਪਾਈ ਕਿ ਮੈਂ ਹਰ ਪਾਸੇ ਦਰਵਾਜ਼ੇ ਖਟਕਾ ਕੇ ਆਇਆ ਹਾਂ, ਹਾਕਮਾਂ ਕੋਲ ਫਰਿਆਦਾਂ ਕੀਤੀਆਂ, ਕੋਈ ਮੇਰੀ ਸੁਣਨ ਵਾਲਾ ਨਹੀਂ, ਮੈਨੂੰ ਇਨਸਾਫ ਜੋ ਹੈ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਦਵਾ ਸਕਦੇ ਨੇ। ਇਤਿਹਾਸ ਦੱਸਦਾ ਹੈ ਭਾਈ ਸਾਹਿਬ ਜੀ ਨੇ ਉਸ ਦੀ ਉਸ ਫਰਿਆਦ ਨੂੰ ਖਾਲਸੇ ਕੋਲ ਪਹੁੰਚਾਇਆ ਤੇ ਪੰਥ ਨੇ ਜੋ ਸੀ ਉਸ ਵੇਲੇ ਜੋ ਜੂਝਣ ਵਾਲੇ ਸਿੰਘ ਸਨ ਉਹਨਾਂ ਨੇ ਜਾ ਕੇ ਉਸ ਦੀ ਬੱਚੀ ਨੂੰ ਛੁਡਾ ਕੇ ਉਸ ਦੇ ਹਵਾਲੇ ਕੀਤਾ। ਪੱਟੀ ਦਾ ਫੌਜਦਾਰ ਜੋ ਸੀ ਮਾਰਿਆ ਗਿਆ। ਇਸ ਸਮੇਂ ਉਸ ਵੇਲੇ ਸਿੱਖਾਂ ਦੀ ਮੁਖਬਰੀ ਕਰਨ ਵਾਲੇ ਵਿੱਚ ਬਹੁਤ ਲੋਕੀ ਸਨ ਜੋ ਇਨਾਮਾਂ ਲੈਣ ਦੇ ਲਾਲਚ ਦੇ ਵਿੱਚ ਸਿੰਘਾਂ ਦੀ ਮੁਖਬਰੀ ਜੋ ਹੈ ਕਰ ਰਹੇ ਸਨ। ਉਹਨਾਂ ਦੇ ਵਿੱਚ ਇੱਕ ਮੁਖਬਰੀ ਕਰਨ ਵਾਲਾ ਹਰ ਭਗਤ ਨਿਰੰਜਨੀਆ, ਜਿਸ ਨੂੰ ਨਿਰੰਜਨੀਆ ਰੰਧਾਵਾ ਵੀ ਕਿਹਾ ਜਾਂਦਾ ਹੈ, ਉਹ ਸੀ। ਉਸ ਨੂੰ ਇਸ ਗੱਲ ਦਾ ਮੌਕਾ ਮਿਲਿਆ, ਉਸ ਨੇ ਜਾ ਕੇ ਜ਼ਕਰੀਆ ਖਾਨ ਬਹਾਦਰ ਦੇ ਕੋਲ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਕਰ ਦਿੱਤੀ, ਮੁਖਬਰੀ ਕਰ ਦਿੱਤੀ ਕਿ ਉਹ ਜੋ ਹੈ ਜਿਸ ਨੂੰ ਨੇਕ ਸੁਭਾਅ ਦਾ ਮੰਨਿਆ ਗਿਆ ਹੈ, ਜਿਸ ਦੇ ਉੱਤੇ ਜੋ ਹੈ ਅਸੀਂ ਸ਼ੱਕ ਨਹੀਂ ਕਰਦੇ ਕਿ ਭਾਈ ਉਹ ਲੋਕਾਂ ਦੀ ਮਦਦ ਕਰਦਾ ਹੈ, ਅਸਲ ਦੇ ਵਿੱਚ ਅੰਦਰ ਖਾਤੇ ਉਹ ਉਹਨਾਂ ਬਾਗੀਆਂ ਦੇ ਨਾਲ ਮਿਲਿਆ ਹੈ। ਉਸ ਦੀ ਇੱਕ ਮਾਂ ਹੈ, ਇੱਕ ਭੈਣ ਹੈ, ਅਤੇ ਜਾ ਕੇ ਉਹ ਜੋ ਪੁਰਾਤਨ ਹਵਾਲਿਆਂ ਦੇ ਮੁਤਾਬਕ ਜੋ ਕਹਿ ਰਿਹਾ ਹੈ, ਉਸ ਕੀ ਇੱਕ ਭੈਣ ਅਰਮਾਈ, ਪੀਸ ਕੂਟ ਵੈ ਕਰੇ ਕਮਾਈ, ਆਪ ਖਾਏ ਵੈ ਰੁੱਖੀ ਮਿੱਸੀ, ਮੋਟਾ ਪੈਰ ਰਹੇ वो लिसी, जो बचे सो सिंगन देवै, उन बिन सिंगन और न सेवै, बांग सलाद सुन मुंदे कान, रोटी शिरनी पीर न खान, शब्द चौकी गुर अपने की करे, सो मरने ते नैक न डरै, गंगा जमुना नेड़ न जावै, गुर अपने की छपड़ी ना वै। क्या कमाल का किरदार उसने शिकायत दे विच जाके बयान किया। कहने लगा उसकी मां है, उसकी एक भैन है, वो पीस के फिर लंगर पका के जाके वो ਸਿੰਘਾਂ ਨੂੰ ਖਵਾਉਂਦੇ ਹਨ, ਆਪ ਰੁੱਖੀ ਮਿੱਸੀ ਖਾਂਦੇ ਹਨ, ਆਪ ਭੁੱਖੇ ਰਹਿ ਜਾਂਦੇ ਹਨ, ਉਹਨਾਂ ਨੂੰ ਖਵਾਉਂਦੇ ਹਨ। ਤੇ ਫਿਰ ਕਹਿੰਦਾ ਬਾਂਗ ਸਲਾਤ ਸੁਣ ਇਹ ਮੁੰਡੇ ਕਾਨ, ਕਿ ਬਾਕੀ ਕਿਸੇ ਧਰਮ ਦੇ ਕਿਸੇ ਫਲਸਫੇ ਦੇ ਉੱਤੇ ਯਕੀਨ ਨਹੀਂ ਕਰਦੇ, ਉਹ ਤੋਂ ਕੰਨ ਮੋੜ ਲੈਂਦੇ ਹਨ, ਜੋ ਹੈ ਉਹਨੂੰ ਸੁਣਨ ਨੂੰ ਤਿਆਰ ਨਹੀਂ। ਤੇ ਫਿਰ ਦੂਜੀ ਗੱਲ ਇਹ ਹੈ ਕਿ ਉਹ ਆਪਣੇ ਗੁਰੂ ਦੇ ਕਲਾਮ ਜੋ ਹੈ ਉਸ ਨੂੰ ਹੀ ਪੜ੍ਹਦੇ ਹਨ। ਸ਼ਬਦ ਚੌਕੀ ਜਿਹੜੀ ਹੈ ਗੁਰੂ ਦੀ, ਉਸ ਦੀ ਆਪਣੇ ਘਰ ਦੇ ਵਿੱਚ ਉਹ ਚੌਕੀ ਕਰਦਾ ਹੈ, ਤੇ ਫਿਰ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਤੇ ਆਪਣੇ ਗੁਰੂ ਦੀ ਛਪੜੀ ਵਿੱਚ ਨਹਾਉਣ ਨੂੰ ਜੋ ਹੈ ਤਰਜੀਹ ਦਿੰਦਾ। ਪਾਕ ਦਰਬਾਰ ਸਾਹਿਬ ਜਾ ਕੇ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਵੀ ਕਰਦਾ ਹੈ, ਗੁਰੂ ਘਰ ਵੱਲ ਜਾਂਦਾ ਹੈ। ਤੇ ਗੁਰੂ ਪਿਆਰ ਵਾਲਿਓ, ਜਦੋਂ ਇਹ ਉਸਨੇ ਜਾ ਕੇ ਸ਼ਿਕਾਇਤ ਕੀਤੀ, ਉਸ ਜ਼ਕਰੀਆ ਖਾਨ ਬਹਾਦਰ ਨੇ ਹੁਕਮ ਲਾਗੂ ਕੀਤਾ ਕਿ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ। ਇਤਿਹਾਸਕਾਰ ਦੱਸਦੇ ਨੇ ਜਦੋਂ ਗ੍ਰਿਫਤਾਰੀ ਦੇ ਹੁਕਮ ਲਾਗੂ ਹੋਏ ਤੇ ਲਾਹੌਰ ਤੋਂ ਜੋ ਉਸ ਵੇਲੇ ਦੇ ਸਿਪਾਹੀ ਸਨ ਉਹਨਾਂ ਨੂੰ ਭੇਜਿਆ ਗਿਆ। ਜਾ ਕੇ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ, ਨਾਲ ਭੈਣ ਜੀ ਨੂੰ ਗ੍ਰਿਫਤਾਰ ਕੀਤਾ। ਤੇ ਕਹਿੰਦੇ ਨੇ ਉਸ ਵੇਲੇ ਗ੍ਰਿਫਤਾਰੀ ਦੇ ਵੇਲੇ ਸਾਰੇ ਪਿੰਡ ਦੇ ਲੋਕੀ ਉਹ ਜਿਹੜੇ ਸਨ ਬਗੈਰ ਮਜ਼ਹਬ ਮਿਲਤ ਆ ਕੇ ਸਾਹਮਣੇ ਖੜੋ ਗਏ। ਭਾਈ ਬੜੇ ਨੇਕ ਸੁਭਾਅ ਦਾ ਵਿਅਕਤੀ ਹੈ, ਇਹ ਆਏਗੇ ਦੀ ਸੇਵਾ ਕਰਦਾ ਹੈ, ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕਰਦਾ ਹੈ, ਇਸ ਨੂੰ ਤੁਸੀਂ ਜੋ ਹੈ ਕਿਉਂ ਗ੍ਰਿਫਤਾਰ ਕਰ ਰਹੇ ਹੋ। ਲੇਕਿਨ ਉਸ ਵੇਲੇ ਜੋ ਸੀ ਉਹ ਹੁਕਮ ਜ਼ਕਰੀਆ ਖਾਨ ਬਹਾਦਰ ਦਾ ਉਸ ਨੂੰ ਬਜਾਇਆ ਗਿਆ। ਇਤਿਹਾਸ ਅਨੁਸਾਰ ਉਹਨਾਂ ਦੇ ਭੈਣ ਜੀ ਜੋ ਸਨ ਉਹਨਾਂ ਨੂੰ ਛਡਵਾ ਲਿਆ ਗਿਆ, ਪਰ ਉਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਜੋ ਸੀ ਜ਼ਕਰੀਆ ਖਾਨ ਬਹਾਦਰ ਦੇ ਕੋਲ ਪੁਜਾਇਆ ਗਿਆ। ਇਤਿਹਾਸ ਅਨੁਸਾਰ ਜਦੋਂ ਉਹ ਚੱਲਣ ਲੱਗੇ ਤਾਂ ਉਸ ਵੇਲੇ ਮਾਤਾ ਨੇ ਸਿਰ ਦੇ ਉੱਤੇ ਹੱਥ ਫੇਰਦੇ ਆ ਜੋ ਗਲ ਦੇ ਨਾਲ ਲਾ ਕੇ ਜੋ ਅਸੀਸ ਦਿੱਤੀ। ਵਿਦਵਾਨ ਨੇ ਬੜਾ ਸੁੰਦਰ ਕਰਕੇ ਲਿਖਿਆ, ਤੁਰਦੇ ਤੁਰਦੇ ਨੂੰ ਮਾਂ ਅਸੀਸ ਦਿੱਤੀ, ਗੁਰੂ ਮੇਹਰਾਂ ਦਾ ਮੀਂਹ ਵਰਸਾਉਣ ਕੇ ਸਿਰ ਤੇ, ਸਿੱਖੀ ਕੇਸੀ ਸੁਆਸੀ ਨਿਭਾਈ ਬਚਿਆ, ਭਾਵੇਂ ਕੋਈ ਵੀ ਹੋਣੀ ਮੰਡਰਾਓ ਸਿਰ ਤੇ। ਅੱਗੇ ਵੱਧ ਕੇ ਭੈਣ ਨੇ ਕਿਹਾ, ਵੀਰੇ ਤੇਰੀ ਭੈਣ ਦਸਤਾਰ ਸਜਾਉ ਸਿਰ ਤੇ, ਲੰਗਰ ਗੁਰੂ ਦਾ ਸਦਾ ਹੀ ਰਹੂ ਚੱਲਦਾ, ਭਾਵੇਂ ਕੋਈ ਵੀ ਆਫਤ ਹੁਣ ਆਓ ਸਿਰ ਤੇ। ਕਿਹਾ ਵੀਰ, ਜਿਸ ਲੰਗਰ ਦੀ ਕਰਕੇ, ਜਿਸ ਗਰੀਬ ਗੁਰਬੇ ਦੀ ਮਦਦ ਦੀ ਕਰਕੇ, ਜਿਸ ਸਿੰਘਾਂ ਦੀ ਜੋ ਹੈ ਮਦਦ ਦੀ ਕਰਕੇ ਤੈਨੂੰ ਫੜ ਕੇ ਲੈ ਜਾ ਰਹੇ ਹਨ, ਇੱਕ ਗੱਲ ਨੂੰ ਚੇਤੇ ਰੱਖੀਏ, ਲੰਗਰ ਚਲੇਗਾ। ਤੇ ਮਾਤਾ ਕਹਿੰਦੀ ਹੈ, ਪੁੱਤਰ ਸਿੱਖੀ ਜੋ ਹੈ ਇਸ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਈ। ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੇਸ਼ੀ ਹੁੰਦੀ ਹੈ। ਦੋ ਦੋਸ਼ ਭਾਈ ਸਾਹਿਬ ਜੀ ਦੇ ਉੱਤੇ ਲੱਗਦੇ ਨੇ। ਇੱਕ ਜੋ ਸੀ ਬਾਗੀਆਂ ਦੀ ਸਹਾਇਤਾ ਕਰਨੀ, ਹਕੂਮਤ ਦੇ ਜੋ ਬਾਗੀ ਨੇ ਉਹਨਾਂ ਨੂੰ ਲੰਗਰ ਪਾਣੀ ਛਕਾਉਣਾ, ਤੇ ਦੂਜਾ ਪੱਟੀ ਦਾ ਜਿਹੜਾ ਫੌਜਦਾਰ ਸੀ ਉਹਨੂੰ ਮਾਰਨ ਦੀ ਵਾਲਿਆਂ ਦੇ ਨਾਲ ਸੰਬੰਧ ਤੇ ਸਾਜ਼ਿਸ਼ ਜੋ ਸੀ, ਇਹ ਇਲਜ਼ਾਮ ਲਾਏ ਗਏ।
ਤੇ ਇਤਿਹਾਸਕਾਰ ਦੱਸਦੇ ਨੇ ਜਦੋਂ ਇਹ ਇਲਜ਼ਾਮ ਲਗੇ ਤਾਂ ਉਸ ਵੇਲੇ ਜ਼ਕਰੀਆ ਖਾਨ ਬਹਾਦਰ ਨੇ ਇੱਕ ਗੱਲ ਕਹੀ ਕਿ ਇਹ ਤਾਰੂ ਸਿੰਘ ਤੈਨੂੰ ਬਖਸ਼ ਦਿੱਤਾ ਜਾਵੇਗਾ, ਤੈਨੂੰ ਛੱਡਿਆ ਜਾ ਸਕਦਾ ਹੈ। ਹੁਣ ਜਦੋਂ ਲੈ ਕੇ ਪਹੁੰਚੇ ਨੇ ਤੇ ਇਤਿਹਾਸਕਾਰ ਕਹਿੰਦਾ ਹੱਥੀ ਹੱਥਕੜੀ ਪੈਰੀ ਪਾ ਬੇੜੀ ਕੀਤਾ ਨੂਰ ਕੇ ਖਾਨ ਦੇ ਪੇਸ਼ ਤਾਰੂ। ਬੜੇ ਪਿਆਰ ਨਾਲ ਜ਼ਕਰੀਆ ਕਹਿਣ ਲਗਾ ਕਰਨ ਲਗਾ ਹਾਂ ਗੱਲ ਵਿਸ਼ੇਸ਼ ਤਾਰੂ, ਹੁੰਦੀ ਹੰਸਾਂ ਦੀ ਸੋਭਾ ਏ ਵਿੱਚ ਹੰਸਾਂ, ਚੰਗਾ ਨਹੀਂ ਇਹ ਕਾਵਾਂ ਦੀ ਭੇਸ ਤਾਰੂ, ਕਰ ਲੈ ਦੀਨ ਇਸਲਾਮ ਕਬੂਲ ਤੂੰ ਤਾਂ ਲਾ ਦੇ ਸਿਰ ਤੋਂ ਆਪਣੇ ਕੇਸ ਤਾਰੂ। ਕਹਿਣ ਲਗੇ ਠੀਕ ਹੈ ਤੇਰਾ ਗੁਨਾਹ ਹੈ, ਤੂੰ ਬਾਗੀਆਂ ਦੀ ਮਦਦ ਕੀਤੀ ਹੈ, ਤੇਰਾ ਗੁਨਾਹ ਹੈ ਕਿ ਤੂੰ ਇੱਕ ਕਤਲ ਦੀ ਸਾਜ਼ਿਸ਼ ਦੇ ਵਿੱਚ ਤੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਪੱਟੀ ਦਾ ਜੋ ਅਹਿਲਕਾਰ ਸੀ ਉਹਦੇ ਨਾਲ ਤੂੰ ਸ਼ਾਮਲ ਹੈ। ਪਰ ਇੱਕ ਗੱਲ ਉਹਨਾਂ ਦੇ ਨਾਲ ਸ਼ਾਮਲ ਹੈ, ਪਰ ਇੱਕ ਗੱਲ ਚੇਤੇ ਰੱਖੀ ਤੈਨੂੰ ਬਖਸ਼ ਦਿੱਤਾ ਜਾਵੇਗਾ ਜੇ ਕਦੇ ਤੂੰ ਦੀਨ ਇਸਲਾਮ ਨੂੰ ਕਬੂਲ ਕਰਨੇ, ਕੇਸਾਂ ਨੂੰ ਛੱਡ ਕੇ ਦੀਨ ਦੇ ਅੰਦਰ ਆ ਜਾਂਦਾ ਹੈ, ਤੈਨੂੰ ਮਾਫ ਕੀਤਾ ਜਾ ਸਕਦਾ ਹੈ। ਉਸ ਵੇਲੇ ਜਦੋਂ ਇਹ ਗੱਲ ਭਾਈ ਤਾਰੂ ਸਿੰਘ ਜੀ ਨੂੰ ਕਹੀ ਗਈ ਤਾਂ ਪੁਰਾਤਨ ਹਵਾਲੇ ਇਹ ਗੱਲ ਕਹਿੰਦੇ ਨੇ ਕਿ ਡਰ ਲਾਲਚ ਪਿਆਰ ਸਭ ਜੋ ਸੀ ਉਹਨਾਂ ਦੇ ਨਾਲ ਕੀਤਾ ਗਿਆ। ਫਿਰ ਨਵਾਬ ਐਸੀ ਕਹੀ ਜਿੰਦ ਚਹੈ ਤੋਂ ਆਵੋ ਦੀਨ, ਔਰ ਜੋ ਚਹੈ ਮੰਗ ਸੋ ਧਨ ਅਰ ਮੁਲਕ ਜ਼ਮੀਨ। ਕਹਿ ਲਗੇ ਜੇ ਕਦੇ ਜਿੰਦ ਚਾਹੁੰਦਾ ਹੈ ਦੀਨ ਦੇ ਵਿੱਚ ਆ ਜਾ, ਆਪਣੇ ਧਰਮ ਨੂੰ ਛੱਡ, ਔਰ ਜੋ ਤੂੰ ਮੰਗਣਾ ਚਾਹੁੰਦਾ ਹੈ ਧਨ ਮੁਲਕ ਜ਼ਮੀਨ ਤੈਨੂੰ ਸਭ ਕੁਝ ਦੇਵਾਂਗੇ, ਤੂੰ ਸਿੱਖੀ ਛੱਡ। ਪਰ ਭਾਈ ਤਾਰੂ ਸਿੰਘ ਜੀ ਪੁੱਛਦੇ ਨੇ ਕਿ ਤੁਹਾਡੇ ਦੀਨ ਵਿੱਚ ਆਉਣ ਤੋਂ ਬਾਅਦ ਮੈਨੂੰ ਮੌਤ ਨਹੀਂ ਆਵੇਗੀ, ਮੈਂ ਬੇਮੁਖ ਹੋ ਕੇ ਕਿਉਂ ਮਰਾਂ? ਤੇ ਭਾਈ ਸਾਹਿਬ ਜੀ ਦਾ ਜਵਾਬ ਸੀ ਤੁਮ ਜੋ ਹੈ ਹਮ पे मेहरबान, आख हमो ना होवो मुसलमान, हम तुम हम दसे ऐसो राह केसी ਸਵਾਸੀ ਹੋਏ ਨਿਭਾਓ। ਕਹਿ ਲਗੇ ਭਾਈ ਜੇ ਕਿਤੇ ਮਿਹਰਬਾਨ ਹੋ, ਜੇ ਕਿਤੇ ਮੈਨੂੰ ਇਹ ਕਹਿ ਰਹੇ ਹੋ ਤੁਸੀਂ ਮੇਰੇ ਤੇ ਅਹਿਸਾਨ ਕਰ ਰਹੇ ਹੋ ਤਾਂ ਫਿਰ ਮੈਨੂੰ ਇਹ ਗੱਲ ਨਾ ਕਹੋ ਕਿ ਮੈਂ ਆਪਣਾ ਧਰਮ ਛੱਡ ਕੇ ਮੁਸਲਮਾਨ ਹੋ ਜਾ, ਤੁਹਾਡੇ ਧਰਮ ਚ ਆ ਜਾ। ਸਗੋਂ ਮੈਨੂੰ ਇੱਕ ਇਹੋ ਜਿਹਾ ਰਾਹ ਦੱਸੋ ਜਿਹਦੇ ਨਾਲ ਮੈਂ ਆਪਣੇ ਗੁਰੂ ਪ੍ਰਤੀ ਵਫਾਦਾਰ ਰਹਿ ਕੇ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨੂੰ ਨਿਭਾ ਲਾਂ। ਭਾਵ ਕਿ ਹਾਕਮ ਦਾ ਜੋ ਜ਼ਿੰਮੇਵਾਰੀ ਹੈ ਉਹ ਹਰ ਵਿਅਕਤੀ ਨੂੰ ਇਮਾਨਦਾਰ ਬਣਾਉਣਾ, ਆਪਣੇ ਧਰਮ ਵਿੱਚ ਪੱਕਾ ਰਹਿਣਾ, ਪੱਕਾ ਰਹਿਣ ਦੇ ਵਾਸਤੇ ਉਸ ਨੂੰ ਜੋ ਪ੍ਰੇਰਿਤ ਕਰਨਾ ਹੋਣਾ ਚਾਹੀਦਾ ਹੈ। ਤੁਸੀਂ ਮੈਨੂੰ ਇਹੋ ਜਿਹਾ ਰਸਤਾ ਦੱਸੋ ਕਿ ਮੈਂ ਕੇਸਾਂ ਤੇ ਸਵਾਸਾਂ ਦੇ ਨਾਲ ਆਪਣੀ ਸਿੱਖੀ ਨੂੰ ਨਿਭਾ ਲਵਾਂ। ਇਸ ਗੱਲ ਨੂੰ ਸੁਣਦੇ ਹੀ ਜ਼ਕਰੀਆ ਖਾਨ ਬਹਾਦਰ ਜੋ ਸੀ ਉਸ ਨੂੰ ਸਨੇ ਕੱਪੜੇ ਜੋ ਸੀ ਅੱਗ ਲੱਗ ਗਈ, ਈਰਖਾ ਦੇ ਭਾਂਬੜ ਭੜਕ ਉੱਠੇ ਨੇ, ਆਪਣੇ ਆਪ ਨੂੰ ਜੋ ਸੀ ਲਾਲ ਪੀਲਾ ਹੋਇਆ। ਇਹ ਗੱਲ ਕਹਿਣ ਲਗਾ ਕਿ ਇੱਕ ਗੱਲ ਚੇਤੇ ਰੱਖ, ਜੇਕਰ ਤੂੰ ਬਾਗੀਆਂ ਨੂੰ ਪਨਾਹ ਤੇ ਲੰਗਰ ਦਿੱਤਾ ਹੈ, ਬਾਗੀਆਂ ਦੇ ਨਾਲ ਦੋਸਤੀ ਹੈ, ਫਿਰ ਵੀ ਮੈਂ ਤੈਨੂੰ ਬਖਸ਼ ਰਿਹਾ ਹਾਂ, ਜ਼ਿੰਦਗੀ ਦਾ ਮੌਕਾ ਦੇ ਰਿਹਾ ਹਾਂ, ਜੋ ਮੰਗੇਗਾ ਉਹ ਦੇਣ ਨੂੰ ਮੈਂ ਕਹਿ ਰਿਹਾ ਹਾਂ, ਦੀਨ ਵਿੱਚ ਆਉਣ ਦਾ ਨਿਯੋਤਾ ਦੇ ਰਿਹਾ ਹਾਂ। ਤੂੰ ਸਿੱਖੀ ਲਾਈ ਹੈ, ਇੱਕ ਗੱਲ ਚੇਤੇ ਰੱਖੀ, ਜਿਸ ਸਿੱਖੀ ਦਾ ਤੂੰ ਇਤਨੀ ਰੱਟ ਲਾਈ ਹੈ, ਮੈਂ ਤੇਰੇ ਕੇਸ ਤੇਰੀ ਸਿੱਖੀ ਮੈਨੂੰ ਜੋ ਹੈ ਬੋਲਣ ਤੋਂ ਵੀ ਜੋ ਝਿਜਕ ਪੈਂਦੀ ਹੈ, ਜੋ ਉਹਦੇ ਬੋਲ ਸਨ ਕੁਝ ਇਤਿਹਾਸਕ ਹਵਾਲਿਆਂ ਚ ਲੱਭਦੇ ਨੇ ਕਿ ਮੈਂ ਤੇਰੀ ਸਿੱਖੀ ਨੂੰ ਆਪਣੀ ਜੁੱਤੀਆਂ ਮਾਰ ਕੇ ਮਿਟਾ ਦਿਆਂਗਾ, ਭਾਵ ਤੇਰੇ ਸਿਰ ਦੇ ਵਿੱਚੋਂ ਮੈਂ ਕੇਸ ਚੋਂ ਨੇ ਮਿਟਾ ਦਿਆਂਗਾ। ਭਾਈ ਤਾਰੂ ਸਿੰਘ ਜੀ ਨੂੰ ਜਦੋਂ ਇਹੋ ਜਿਹੇ ਬੋਲ ਬੋਲੇ ਗਏ ਤਾਂ ਫਿਰ ਹੁਕਮ ਕੀਤਾ ਕਿ ਇਸ ਤੇ ਇਤਨਾ ਤਸ਼ੱਦਦ ਕਰੋ ਕਿ ਇਹ ਜ਼ਿੰਦਗੀ ਦੀ ਭੀਖ ਜੋ ਹੈ ਤਰਲੇ ਲਾ ਕੇ ਮੰਗੇ ਕਿ ਮੈਨੂੰ ਬਖਸ਼ ਦਿਓ, ਮੈਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ। ਉਸ ਵੇਲੇ ਇਤਿਹਾਸ ਅਨੁਸਾਰ ਕਿ ਉਹਨਾਂ ਨੂੰ ਚਰਖੜੀ ਦੇ ਉੱਤੇ ਚਾੜਿਆ ਗਿਆ। ਇਤਿਹਾਸ ਦੇ ਅੰਦਰ ਹਵਾਲਾ ਲੱਭਦਾ ਹੈ ਕਿ ਇੱਕ ਚਰਖੜੀ ਸੁੰਬਾਂ ਵਾਲੀ ਜਿਹਦੇ ਉੱਤੇ ਕਿਸੇ ਨੂੰ ਵੀ ਚਾੜ ਕੇ ਜਦੋਂ ਫੇਰਿਆ ਜਾਂਦਾ ਸੀ, ਜਿਵੇਂ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਨੂੰ, ਉਹ ਉੱਥੇ ਹੀ ਸ਼ਹੀਦ ਹੋ ਜਾਂਦੇ ਸਨ, ਲੋਹ ਦੇ ਫੁਹਾਰੇ ਫੜ ਜਾਂਦੇ ਸਨ। ਇੱਕ ਚਰਖੜੀ ਸੁੰਬਾਂ ਤੋਂ ਬਿਨਾਂ ਇਤਿਹਾਸਕਾਰ ਦੱਸਦੇ ਨੇ ਰੱਖੀ ਜਾਂਦੀ ਸੀ, ਜਿਹਦੇ ਉੱਤੇ ਜਦੋਂ ਘੁਮਾਇਆ ਜਾਂਦਾ ਸੀ ਚਰਖ ਨੂੰ ਤਾਂ ਸਰੀਰ ਜੋ ਸੀ ਉਹਦਾ ਮਾਸ ਤੇ ਹੱਡੀਆਂ ਜੋ ਸਨ ਉਹ ਟੁੱਟ ਜਾਂਦੀਆਂ ਸਨ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਉਸ ਦੇ ਉੱਤੇ ਚੜਾ ਕੇ ਕੋਸ਼ਿਸ਼ ਕੀਤੀ ਗਈ ਤੇ ਬੜੀਆਂ ਪਹਿਲਾਂ ਪਿਆਰ ਦੇ ਨਾਲ ਸਮਝਾਇਆ ਕਿ ਭਾਈ ਤੈਨੂੰ ਸਾਡੇ ਧਰਮ ਵਿੱਚ ਆਵੇਂਗਾ, ਤੈਨੂੰ ਛੱਡ ਦਿੱਤਾ ਜਾਵੇਗਾ। ਪਰ ਜਦੋਂ ਅੱਤ ਦੇ ਤਸੀਹੇ ਦੇ ਵਾਸਤੇ ਇਹ ਗੱਲ ਕਹੀ ਗਈ ਕਿ ਤੂੰ ਜਿਸ ਸਿੱਖੀ ਦੀ ਗੱਲ ਕਰਦਾ ਹੈ, ਇਹ ਗੱਲ ਚੇਤੇ ਰੱਖੀ, ਉਸ ਸਿੱਖੀ ਨੂੰ ਅਸੀਂ ਤੇਰੇ ਸਿਰ ਤੋਂ ਹੀ ਦੂਰ ਕਰ ਦਿਆਂਗੇ। ਤਾਂ ਭਾਈ ਸਾਹਿਬ ਜੀ ਦਾ ਬਿਆਨ ਸੀ, ਭਾਈ ਸਾਹਿਬ ਨੇ ਕਿਹਾ ਹੈ ਸਿੱਖ ਹੋਈਓ ਸਿੱਖੀ ਸਿਦਕ ਨੂੰ ਤੋੜ ਨਿਭਾਏ ਜਿਹੜਾ, ਮੇਰਾ ਗੁਰੂ ਤਾਂ ਉਸ ਤੇ ਖੁਸ਼ ਹੁੰਦਾ, ਵੈਰੀ ਤਾਈ ਵੀ ਪਾਣੀ ਪਿਲਾਏ ਜਿਹੜਾ, ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ ਆਏ ਜਾਏ ਨੂੰ ਲੰਗਰ ਛਕਾਏ ਜਿਹੜਾ। ਮੈਂ ਵੀ ਕਿਸੇ ਕੱਚੀ ਦਾ ਮਜ਼ਹਬ ਤੱਕਿਆ, ਮੈਂ ਵੀ ਕਿਸੇ ਦਾ ਨਹੀਂ ਕੋਈ ਮਜ਼ਹਬ ਤੱਕਿਆ, ਸੇਵਾ ਕਰਦਾ ਰਿਹਾ ਚੱਲ ਕੇ ਆਏ ਜਿਹੜਾ। ਕਹਿਣ ਲਗੇ ਭਾਈ ਤੂੰ ਮੇਰੇ ਤੇ ਇੰਨਾ ਤਸ਼ੱਦਦ ਤੇ ਜ਼ੁਲਮ ਕਰ ਰਿਹਾ ਹੈ, ਮੈਂ ਤਾਂ ਆਪਣੇ ਗੁਰੂ ਦੇ ਹੁਕਮਾਂ ਨੂੰ ਕਮਾਇਆ, ਮੈਂ ਤਾਂ ਦੀਨ ਦੁਖੀ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੂੰ ਤੂੰ ਬਾਗੀ ਕਹਿ ਰਿਹਾ ਹੈ ਉਹ ਜ਼ੁਲਮ ਦੇ ਖਿਲਾਫ ਲੜ ਰਹੇ ਨੇ। ਇਸ ਗੱਲ ਨੂੰ ਸੁਣ ਕੇ ਜ਼ਕਰੀਆ ਖਾਨ ਬਹਾਦਰ ਜੋ ਹੈ ਉਹ ਅੱਗ ਬਬੂਲਾ ਹੋਇਆ ਤੇ ਅੱਗੋਂ ਕਹਿ ਰਿਹਾ ਹੈ, ਅੱਗ ਬਬੂਲਾ ਹੋ ਕੇ ਜ਼ਕਰੀਏ ਕਿਹਾ ਅੱਗੋਂ, ਕਹਿਣਾ ਮਨ ਤੂੰ ਹੋ ਸੁਚੇਤ ਮੇਰਾ,
ਸਿੱਖੀ ਸਰੂਪ ਤਿਆਗ ਦੇ ਸਦਾ ਦੇ ਲਈ ਇਸੇ ਵਿੱਚ ਹੈ। ਤੇਰਾ ਤੇ ਹੇਤ ਮੇਰਾ ਕਿ ਆ ਤਾਰੂ ਸਿੰਘ ਨੇ ਅੱਗੋਂ ਲਲਕਾਰ ਕੇ, ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ, ਕੱਲੇ ਕੇਸ ਸੇ ਕਤਲ ਨਹੀਂ ਹੋ ਸਕਣੇ, ਲਾ ਲੈ ਖੋਪੜ ਤੋਂ ਕੇਸਾਂ ਸਮੇਤ ਮੇਰਾ। ਕਿ ਆ ਜ਼ਕਰੀਆ ਖਾਨ ਬਹਾਦਰ, ਤੈਨੂੰ ਸਿੱਖੀ ਦਾ ਪਤਾ ਨਹੀਂ, ਤੈਨੂੰ ਗੁਰੂ ਦੇ ਇਹਨਾਂ ਗੁਰਸਿੱਖਾਂ ਦਾ ਤੇ ਆਸ਼ਕਾਂ ਦਾ ਪਤਾ ਨਹੀਂ। ਇਹ ਸਿੱਖੀ ਦੇ ਆਸ਼ਕ ਆਪਣਾ ਖੋਪਰ ਲਵਾ ਸਕਦੇ ਹਨ, ਪਰ ਕਿਤੇ ਚੇਤੇ ਰੱਖੀ ਐਸਾ ਨਹੀਂ ਹੋ ਸਕਦਾ ਕਿ ਆਪਣੇ ਧਰਮ ਨੂੰ ਜੋ ਹੈ ਛੱਡਣਗੇ। ਅੱਤ ਦਾ ਜ਼ੁਲਮ ਜੋ ਹੈ ਸ਼ੁਰੂ ਹੋ ਗਿਆ, ਚਰਖੜੀ ਦੇ ਉੱਤੇ ਉਹਨਾਂ ਨੂੰ ਚਾੜਿਆ ਗਿਆ। ਤੇ ਫਿਰ ਇਤਿਹਾਸਕਾਰ ਲਿਖਦੇ ਨੇ, ਜਿਮ ਜਿਮ ਸਿੰਘਣ ਤੁਰਕ ਸਤਾਵੈ, ਤਿਮ ਤਿਮ ਸਿੰਘ ਮੁਖ ਲਾਲੀ ਆਵੈ। ਜਦੋਂ ਸਿੱਖ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਭਾਈ ਤਾਰੂ ਸਿੰਘ ਜੀ ਦੇ ਉੱਤੇ, ਤੇ ਉਹਦੇ ਮੁਖ ਦੇ ਉੱਤੇ ਲਾਲੀ ਜੋ ਹੈ ਹੋਰ ਹੋਰ ਚੜ ਰਹੀ ਹੈ। ਹੁਣ ਜਿਹੜਾ ਸਮੇਂ ਦਾ ਹਾਕਮ ਹੈ, ਉਸ ਨੇ ਹੁਕਮ ਲਾਗੂ ਕੀਤਾ ਕਿ ਇਹਨਾਂ ਦਾ ਖੋਪੜੀ ਜੋ ਹੈ ਕੇਸਾਂ ਸਮੇਤ ਜੋ ਹੈ ਉਤਾਰ ਦਿੱਤੀ ਜਾਵੇ। ਤੇ ਇਹ ਜਦੋਂ ਖੋਪੜੀ ਉਤਾਰਨ ਦਾ ਹੁਕਮ ਹੋਇਆ, ਤੇ ਪੁਰਾਤਨ ਇਤਿਹਾਸਾਂ ਦੇ ਅੰਦਰ ਇਹ ਲੱਭਦਾ ਹੈ ਕਿ ਯੂਨਾਨ ਦੇ ਹਿਸਟੋਰੀਅਨ ਜੋ ਹੈਰੋਡੇਟਸ ਨੇ, ਉਹਨਾਂ ਨੇ ਲਿਖਿਆ ਹੈ ਉਹਨਾਂ ਦੇ ਮੁਤਾਬਕ ਕਿ ਪੁਰਾਣੇ ਸਮਿਆਂ ਦੇ ਵਿੱਚ ਉੱਤਰੀ ਅਮਰੀਕਾ ਦੇ ਸਿੰਥੀਅਨ ਤੇ ਸਾਈਬੇਰੀਆ ਵਿੱਚ ਆਪਣੇ ਦੁਸ਼ਮਣ ਨੂੰ ਖੋਪੜੀ ਕੇਸਾਂ ਸਮੇਤ ਉਤਾਰ ਕੇ ਮਾਰਨ ਦਾ ਜੋ ਸੀ ਇੱਕ ਸਜ਼ਾ ਜੋ ਸੀ ਦਿੱਤੀ ਜਾਂਦੀ ਸੀ, ਉਹੀ ਉਹ ਸਜ਼ਾ ਭਾਈ ਤਾਰੂ ਸਿੰਘ ਜੀ ਨੂੰ ਸੁਣਾਈ ਗਈ ਕਿ ਇਹਨਾਂ ਦਾ ਜੋ ਖੋਪਰ ਹੈ ਉਹ ਕੇਸਾਂ ਸਣੇ ਜੋ ਹੈ ਉਤਾਰ ਦਿੱਤਾ ਜਾਵੇ। ਤੇ ਉਦੋਂ ਭਾਈ ਤਾਰੂ ਸਿੰਘ ਜੀ, ਜਦੋਂ ਇਹ ਹੁਕਮ ਹੋ ਗਿਆ ਕਿ ਇਹਨਾਂ ਦੇ ਕੇਸ ਕਤਲ ਕੀਤੇ ਜਾਣ, ਨਹੀਂ ਤਾਂ ਖੋਪਰ ਜੋ ਹੈ ਕੇਸਾਂ ਸਮੇਤ ਉਤਾਰ ਦਿੱਤਾ ਜਾਵੇ, ਤੇ ਉਦੋਂ ਸਿੰਘ ਨੇ ਦਿਲੋਂ ਅਰਦਾਸ ਕੀਤੀ, ਤੇਰੇ ਚਰਨਾਂ ਦੀ ਧੂੜ ਦਾ ਕੱਖ ਦਾਤਾ, ਕੇਸਗੜ੍ਹ ਤੋਂ ਪਾਵਨ ਜੋ ਕੇਸ ਬਖਸ਼ੇ, ਉਹਨਾਂ ਉੱਤੇ ਅੱਜ ਦੁਸ਼ਮਣ ਦੀ ਅੱਖ ਦਾਤਾ। ਮੇਰੇ ਜਾਨ ਤੋਂ ਪਿਆਰੇ ਇਹ ਕੇਸ ਸਤਿਗੁਰ, ਜਿਉਂਦੇ ਜੀ ਨਾ ਹੋਣ ਇਹ ਵਖ ਦਾਤਾ, ਮੇਰੇ ਵੱਸ ਦੀ ਗੱਲ ਨਾ ਰਹੀ ਹੁਣ ਤਾਂ, ਜਿਵੇਂ ਰੱਖ ਸਕਦਾ ਹੈ ਉਵੇਂ ਰੱਖ ਦਾਤਾ। ਸਤਿਗੁਰ ਇਹ ਕੇਸ ਕਤਲ ਕਰਨ ਲੱਗੇ ਨੇ, ਤੇ ਮੈਂ ਜੋ ਕੇਸਗੜ੍ਹ ਤੋਂ ਕੇਸ ਲੈਣੇ, ਇਹ ਤੇਰੀ ਬਖਸ਼ਿਸ਼ ਹੈ, ਤੂੰ ਇਹਨਾਂ ਦਾ ਮਾਲਕ ਹੈ, ਤੂੰ ਇਹਨਾਂ ਦਾ ਕਸਟੋਡੀਅਨ ਹੈ। ਤੇ ਇਤਿਹਾਸ ਦੇ ਅਨੁਸਾਰ ਭਾਈ ਤਾਰੂ ਸਿੰਘ ਜੀ ਦਾ ਜੋ ਸੀ ਉਹ ਖੋਪਰ ਸਿਰ ਤੋਂ ਲਾਉਣ ਦਾ ਹੁਕਮ ਹੋਇਆ। ਸਿਰ ਦੇ ਗੁਰੂ ਕੇ ਸਿੱਖ ਦੇ ਚਿਹਰੇ ਦੇ ਉੱਤੇ ਲਾਲੀ ਆ ਗਈ, ਕੇਸ ਕਤਲ ਨਹੀਂ ਹੋਣਗੇ, ਖੋਪਰ ਲੱਥੇਗਾ। ਖੋਪਰ ਲਵਾ ਸਕਦਾ ਹਾਂ, ਮੇਰੀ ਸਿੱਖੀ ਜੋ ਹੈ ਉਹ ਕੇਸਾਂ ਸਵਾਸਾਂ ਸੰਗ ਨਿਭ ਜਾਵੇਗੀ। ਤਬ ਸਿੰਘਨ ਜੀ ਬੋ ਭਲੀ ਮਨਾਈ, ਸਾਧ ਕਿਸਨ ਕੇ ਖੋਪਰੀ ਜਾਈ, तो भी हमरे बचन रहाई, सिक्खी की गुरपैज रखाई। उसके चेहरे के उत्ते लाली है कि जो गल मैं कह रहा सा कि मेरी सिक्खी जो है वो केसां सुआसां नाल निभेगी। सिक्खी जो है केस जो ने गुरु के मोहर ने, इन्हां नूं मैं कतल नहीं होण देंगा। चलो खोपर लुहाउण दा हुक्म हो गया कि मैं इस दे विच खोपर लुहा के शहीद हो जाऊंगा। भाई तारू सिंह जी का समय दे जालम दे हुक्म दे मुताबिक चौक नखौस लाहौर दे अंदर सीस तो जो सी वो खोपर उतार के गुरु प्यार वाले उन्होंने शहीद किया। उन्होंने सुनिया सी जो शहीद होए ने, इतिहासकार दसते ने कि भाई तारू सिंह जी का खोपर लै गया। चेहरे के उत्ते खून है, शरीर के उत्ते खून है, शरीर पहला भी तसीयां दे नाल टुटिया भजिया है। ते फिर जो उन्होंने सुनिया दिता, कहन लगे सिक्खी दे उसरे महल उत्ते मैं भी एक जोत जगा चलिया, खोपर दा दीवा बाल के मैं विच रत दे तेल चुआ चलिया। वो तारू सिंह सी तारू बन सिदका दा सागर तर गया जो, जुल्मां दी मचदी अग उत्ते सी बदल बन के वर गया जो। कहंदा इतिहास दे सफे उत्ते मैं अणख दे पूरने पा चलिया, खोपर दा दीवा बाल के मैं विच रत दे तेल चुआ चलिया। क्या गुरसिखो मैं अपने खोपर दा दीवा बाल के सदा वास्ते सिक्खी दी जो क्षमा है विच अपनी रत पाके अपनी मिज पाके बाल के जा रहा हाँ। ते सिर तो खोपर लथिया है। सिर तो खोपर लथण तो बाद भाई तारू सिंह जी काफी दिन जो ने इतिहासकार दसते ने वो जीवत रहे ने। खोपर उतारिया जा रहा है, वो बानी पढ़ रहे ने, वो अडोल ने, वो सिदक ते सबर दे अंदर, उस भै दे भावनी दे अंदर उस जालम दा जुल्म सह के सिक्खी दी जो मोहर है उसनूं अपने केसां तो उसनूं अपने सीस तो उतरन नहीं दिता। अते समय दे जालम नूं ये सुनिया दिता कि सिख जो है वो खोपर लुहा सकता है पर अपने रोमां की बेअदबी नहीं करवा सकता, अपने रोम जो है अपने नालों वख नहीं करवा सकता। केस गुरु की मोहर खान ये निरालापन है कि गुरु की बख्शिश है, कि गुरु की बख्शिश तो रैत नहीं हो सकता। अफसोस है अज के समय के अंदर सिख नौजवान उन्हां महान शहीदां की कुर्बानी तो जो है वो सुचेत नहीं। अते पतत पुणे का हड़ जो असी पिछले समय के अंदर देखिया कि बड़ी तेजी के नाल बड़ियां साजिशां दे नाल जो सिक्खी का गढ़ सी पंजाब उहदे विच झुलाया गया। आप जी ने पढ़िया भी होवेगा कि
ਜੋ ਸਾਡੇ ਵਿੱਚੋਂ ਕਿਤੇ ਕੋਈ ਡਾਕਟਰ ਲੱਗੇ ਨੇ ਉੱਥੇ ਜੋ ਆਏ ਨੇ, ਜੇ ਕਿਤੇ ਕੋਈ ਮਾਂ ਬੱਚੇ ਨੂੰ ਲੈ ਕੇ ਡਾਕਟਰ ਕੋਲ ਪਹੁੰਚਦੀ ਸੀ, ਮੈਂ ਗੁਰਮਤ ਪ੍ਰਕਾਸ਼ ਦੇ ਅੰਦਰੇ ਪੜ੍ਹਿਆ ਸੀ, ਤੇ ਉਹਨੂੰ ਇਹ ਦੱਸਿਆ ਜਾਂਦਾ ਸੀ ਕਿ ਜੇ ਕਿਤੇ ਬੱਚੇ ਨੂੰ ਸਿਰ ਦਰਦ ਹੈ, ਇਹਦੇ ਕੇਸ ਕਤਲ ਕਰਾ ਦੇ, ਇਸ ਕਰਕੇ ਹੈ। ਬੱਚਾ ਕਮਜ਼ੋਰ ਹੈ, ਇਹਦੇ ਕੇਸ ਕਤਲ ਕਰਾ ਦੇ, ਇਸ ਕਰਕੇ ਹੈ। ਜਿਹਦਾ ਸਿੱਟਾ ਇਹ ਨਿਕਲਿਆ ਕਿ ਬੜੀ ਜੋ ਨੌਜਵਾਨ ਸਨ ਉਹ ਦੇਖਾ ਦੇਖੀ ਪਤਤ ਹੋ ਗਏ। ਕੋਈ ਖਿਲਾੜੀ ਬਣਿਆ ਉਹ ਪਤਤ ਹੋ ਗਿਆ, ਕੋਈ ਹੀਰੋ ਬਣਿਆ ਉਹ ਪਤਤ ਹੋ ਗਿਆ, ਕੋਈ ਗਾਇਕਾਰ ਬਣਿਆ ਉਹ ਪਤਤ ਹੋ ਗਿਆ। ਪਤਤ ਪੁਣੇ ਦਾ ਜੋ ਸੀ ਉਹ ਹੜ ਜੋ ਸੀ ਉਹ ਪੰਜਾਬ ਦੀ ਧਰਤੀ ਦੇ ਉੱਤੇ ਝੁਲਿਆ ਹੈ। ਅਤੇ ਖਾਸ ਕਰਕੇ ਉਸ ਸਮੇਂ ਤੋਂ ਬਾਅਦ, ਬੜੀਆਂ ਸਾਜ਼ਿਸ਼ਾਂ ਤੋਂ ਬਾਅਦ, ਜਦੋਂ ਸਿੱਖ ਕੌਮ ਦੇ ਜੁਝਾਰੂਆਂ ਨੇ ਸਮੇਂ ਦੇ ਦੇਸ਼ ਦੁਨੀਆ ਦੀ ਵੱਡੀ ਚੌਥੀ ਇਸ ਸਰਕਾਰ ਦੇ ਨਾਲ ਇਤਨਾ ਵੱਡਾ ਘੋਲ ਕੇ ਇਹ ਗੱਲ ਸੁਣਿਆ ਦਿੱਤਾ ਕਿ ਸਿੱਖੀ ਮਰ ਨਹੀਂ ਸਕਦੀ, ਸਿੱਖੀ ਮਿਟ ਨਹੀਂ ਸਕਦੀ। ਸਿੱਖ ਜੋ ਨੇ ਉਹ ਆਪਣੇ ਗੁਰਧਾਮਾਂ ਵਾਸਤੇ, ਆਪਣੇ ਸਿਧਾਂਤਾਂ ਵਾਸਤੇ ਜੂਝਣਾ ਜਾਣਦੇ ਨੇ। ਉਹਨਾਂ ਨੇ ਤਰੀਕਾ ਬਦਲੀ ਕੀਤਾ ਕਿ ਸਿੱਖ ਨੌਜਵਾਨ ਦੇ ਹੱਥ ਦੇ ਵਿੱਚ ਕੈਂਚੀ ਦੇ ਦਿਓ, ਸਿੱਖ ਨੌਜਵਾਨ ਦੇ ਹੱਥ ਦੇ ਵਿੱਚ ਤਮਾਕੂ ਦੇ ਦਿਓ, ਤੇ ਉਹ ਜੋ ਸਾਡਾ ਇੱਕ ਸੁਨੇਹਾ ਸੀ ਉਹਨਾਂ ਸ਼ਹੀਦਾਂ ਦਾ, ਸਿਰ ਤੋਂ ਖੋਪਰ ਤਾਂ ਸਿੱਖੀ ਦਾ ਲੱਥ ਸਕਦਾ ਹੈ, ਪਰ ਲੱਥ ਸਕਦੀ ਨਹੀਂ ਕਦੀ ਸ਼ਾਨ ਸਿੱਖੀ। ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਗਈ, ਪੋਟਾ ਪੋਟਾ ਹੋ ਗਈ ਮਹਾਨ ਸਿੱਖੀ। ਕੁੰਦਨ ਬਣੀ ਸਿੱਖੀ ਹੈ ਭੱਠੀਆਂ ਵਿੱਚ ਬਹਿ ਕੇ ਲੋਹਾਂ ਤੇ ਹੋਈ ਬਲਵਾਨ ਸਿੱਖੀ। ਸਿੱਖੀ ਜ਼ੁਲਮ ਦੀ ਕਰਨ ਲਈ ਤੇਗ ਖੁੰਡੀ ਹੋਈ, ਤੇਗਾਂ ਦੀ ਛਾਵੇਂ ਜਵਾਨ ਸਿੱਖੀ। ਜਿਹੜੇ ਇਹ ਸ਼ਹੀਦ ਜੋ ਸੀ ਸੁਨੇਹਾ ਦਿੰਦੇ ਸਨ ਕਿ ਸਿੱਖ ਨੂੰ ਦੁਨੀਆ ਦੀ ਕੋਈ ਤਾਕਤ ਜੋ ਹੈ ਮਿਟਾ ਨਹੀਂ ਸਕਦੀ। ਉਹ ਸਿੱਖੀ ਜੋ ਹੈ ਉਹਦੇ ਵੱਲ ਜਦੋਂ ਦੇਖਿਆ ਗਿਆ ਕਿ ਅਜੋਕੇ ਸਮੇਂ ਦੇ ਅੰਦਰ ਇੱਥੇ ਜੋ ਸੀ ਉਹ ਪਤਤ ਪੁਣੇ ਦਾ ਹੜ ਵਗਿਆ ਹੈ, ਨਸ਼ਿਆਂ ਦਾ ਹੜ ਵਗਿਆ ਹੈ। ਐਨਾ ਜੋ ਨੌਜਵਾਨੋ, ਇਸ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਜੋ ਸਾਨੂੰ ਸੁਨੇਹਾ ਮਿਲਿਆ ਕਿ ਜਦੋਂ ਅਸੀਂ ਥੋੜੀ ਜਿਹੀ ਝਾਤ ਮਾਰੀਏ, ਜਦੋਂ ਰਾਏਕੋਟ ਦੇ ਮੁਕਾਮ ਤੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੁਣ ਕੇ ਸਿੱਖ ਇਕੱਠੇ ਹੋਏ, ਗੁਰੂ ਜੀ ਕੋਲ ਅਫਸੋਸ ਕੀਤਾ, ਹਮਦਰਦੀ ਕੀਤੀ, ਤਾਂ ਗੁਰੂ ਜੀ ਨੇ ਬਚਨ ਕਹੇ ਸਨ ਕਿ ਕਬੀਰ ਸੰਤ ਮੂਏ ਕਿਆ ਮੋਲ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਸਾਹਿਬਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਅਫਸੋਸ ਕਿਸ ਦਾ ਕਰਦੇ ਹੋ, ਉਹ ਤਾਂ ਧਰਮ ਦੇ ਵਿੱਚ ਆਪਣਾ ਨਿਭਾ ਗਏ ਨੇ, ਉਹ ਧਰਮ ਦੇ ਉੱਤੋਂ ਕੁਰਬਾਨ ਹੋ ਗਏ ਨੇ, ਉਹਨਾਂ ਨੇ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ। ਉਹ ਸਾਬਤ ਸੂਰਤ ਸੰਸਾਰ ਚੋਂ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਕੇ ਗਏ ਨੇ। ਉਹਨਾਂ ਦਾ ਅਫਸੋਸ ਕੀ, ਤੇ ਸਾਹਿਬਾਂ ਨੇ ਕਿਹਾ ਸੀ ਕਿ ਜੇ ਕਦੇ ਅਫਸੋਸ ਹੀ ਕਰਨਾ ਹੈ ਤਾਂ ਉਹਨਾਂ ਲਈ ਕਰੋ ਜੋ ਆਪਣਾ ਧਰਮ ਛੱਡ ਕੇ ਪਾਪ ਕਰਦੇ ਹਨ। ਅਤੇ ਗੁਰਮਤ ਦੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਗੁਰਮਤ ਦੇ ਉੱਤਮ ਪੰਥ ਨੂੰ ਤਿਆਗ ਕੇ ਜੋ ਕੁਰਾਹੇ ਪੈਂਦੇ ਹਨ, ਸੋ ਸੋਚਣ ਕੇ ਜੋਗ ਮਹਾਨਾ, ਧਰਮ ਤਿਆਗ ਜਿਨ ਇਹ ਅਗ ਜਾਨਾ, ਤਜੈ ਸੋ ਪੰਥ ਕੋ ਮਾਰਗ ਚਾਲਾ, ਸੋ ਸੋਚਣ ਕੇ ਜੋਗ ਵਿਸਾਲਾ। ਕਿ ਭਾਈ ਜਿਹੜੇ ਸਿੱਖੀ ਨੂੰ ਛੱਡ ਗਏ, ਧਰਮ ਨੂੰ ਛੱਡ ਗਏ, ਧਰਮ ਤੋਂ ਦੂਰ ਹੋ ਗਏ, ਉਹਨਾਂ ਦੇ ਵਾਸਤੇ ਸੋਚੀਏ। ਜਿਹੜੇ ਧਰਮ ਤੋਂ ਜੂਝ ਗਏ ਨੇ ਉਹਨਾਂ ਵਾਸਤੇ ਨਹੀਂ। ਸਤਿਗੁਰਾਂ ਨੇ ਕਿਹਾ ਸੀ, ਜੋ ਟਾਂ ਜੋ ਆਪਣੇ ਮੁੱਢ ਤੋਂ ਟੁੱਟ ਜਾਵੇ, ਇੱਕ ਗੱਲ ਚੇਤੇ ਰੱਖਿਓ, ਪੇੜ ਮੁੰਡਾ ਹੋ ਕੱਟਿਆ ਤਿਸ ਡਾਲ ਸੁਕੰਦੇ, ਉਹ ਸੁੱਕ ਜਾਂਦਾ ਹੈ, ਉਹ ਹਰਿਆ ਭਰਿਆ ਨਹੀਂ ਰਹਿੰਦਾ। ਇਸ ਕਰਕੇ ਨੌਜਵਾਨ ਨੂੰ ਦੱਸਣਾ ਹੈ ਤੇ ਪੁੱਛਣਾ ਪਵੇਗਾ ਕਿ ਐ ਸਿੱਖ ਨੌਜਵਾਨ, ਤੈਨੂੰ ਪਤਾ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਤੇਰੇ ਤੇ ਕਿਤਨਾ ਭਰੋਸਾ ਕੀਤਾ ਸੀ, ਕਿਤਨੀ ਜੋ ਹੈ ਅਨਪੜ੍ਹ ਸਤਿਗੁਰਾਂ ਨੇ ਕਿਤਨੀ ਜੋ ਸੀ ਉਹ ਆਪਣਤ ਜੋ ਸੀ ਉਹ ਜ਼ਾਹਿਰ ਕੀਤੀ ਸੀ, ਅਤੇ ਕਿਤਨਾ ਮਾਣ ਕੀਤਾ ਸੀ। ਜਦੋਂ ਗੁਰੂ ਪਾਤਸ਼ਾਹ ਨੇ ਗੁਰੂ ਕੇ ਮਹਿਲ ਇਹ ਪੁੱਛਿਆ ਸੀ ਕਿ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ, ਤਾਂ ਸਤਿਗੁਰਾਂ ਨੇ ਨੌਜਵਾਨ ਤੇਰੇ ਵੱਲ ਇਸ਼ਾਰਾ ਕਰਕੇ, ਸਾਡੇ ਵੱਲ ਇਸ਼ਾਰਾ ਕਰਕੇ ਇਹ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਖਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿ ਮੇਰੇ ਚਾਰ ਜਿਕਦੇ ਚਲੇ ਵੀ ਗਏ ਨੇ, ਕੋਈ ਵੱਡੀ ਗੱਲ ਨਹੀਂ, ਮੈਂ ਨਾ ਪੁੱਤਰਾਂ ਤੋਂ ਵਾਰੇ ਨੇ, ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਉਂਦੇ ਨੇ। ਅਤੇ ਕਿਤਨਾ ਮਾਣ ਤੇ ਫਖਰ ਕੀਤਾ ਸੀ ਇਹ ਪਤਤ ਹੋਏ ਨੌਜਵਾਨ ਵੀਰ, ਕਿੰਨਾ ਮਾਣ ਤੇ ਫਖਰ ਸੀ ਜਦੋਂ ਔਰੰਗਜ਼ੇਬ ਨੂੰ ਸਤਿਗੁਰਾਂ ਨੇ ਫਤਿਹ ਦੀ ਚਿੱਠੀ ਲਿਖੀ ਸੀ ਤੇ ਇਹ ਗੱਲ ਕਹੀ ਸੀ, ਚਿਆ ਸ਼ੁੱਧ ਕੇ ਚੋਂ ਬਚਗਾਂ ਕੁਸ਼ਤਾਂ ਚਾਰ, ਕਿ ਬਾਕੀ ਬੇਮਾਦਸਤ ਪੇਚੀਦਾ ਮਾਰ। ਕੀ ਹੋਇਆ, ਤੂੰ ਮੇਰੇ ਚਾਰ ਪੁੱਤਰ ਜੋ ਨੇ ਧੋਖੇ ਦੇ ਨਾਲ ਮਾਰ ਦਿੱਤੇ ਨੇ। ਹਰਾ ਮੇਰਾ ਭੁਜੰਗੀ ਸੱਪ ਖਾਲਸਾ ਜੋ ਹੈ ਉਹ ਜੀਵਤ ਹੈ। ਅਸੀਂ ਕਹਿੰਦੇ ਛੋਟੇ ਬੱਚੇ ਨੂੰ ਭੁਜੰਗੀ ਤੋਂ ਭਾਵ ਬੋਲਦਾ ਸੱਪ, ਕਿ ਭਈ ਇਹ ਨਾਗ ਫਲਾਂ ਪਿੱਛੇ ਹੈ, ਜਿਸ ਨੂੰ ਡਸੇਗਾ ਉਹ ਪਾਣੀ ਤੱਕ ਨਹੀਂ ਮੰਗੇਗਾ। ਅਤੇ ਤੇਰੇ ਘੋੜੇ ਦੀਆਂ ਸੁੰਬਾਂ ਦੇ ਥੱਲੇ ਇਹ ਇਹੋ ਜਿਹੀ ਅੱਗ ਬਾਲਣਗੇ ਕਿ ਜੇ ਕਿਤੇ ਤੂੰ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਰੱਖਿਆ, ਤੇਰੇ ਘੋੜਿਆਂ ਦੀਆਂ ਸੁੰਬਾਂ ਦੇ ਥੱਲੇ ਇਹੋ ਜਿਹੇ ਭਾਂਬੜ ਪਖਾ ਦੇਣਗੇ, ਇਹ ਤੈਨੂੰ ਪੰਜਾਬ ਦੀ ਧਰਤੀ ਤੋਂ ਪਾਣੀ ਤੱਕ ਨਹੀਂ ਪੀਣ ਦੇਣਗੇ। ਇਤਨਾ ਮਾਣ ਸਤਿਗੁਰਾਂ ਨੇ ਦਿੱਤਾ ਸੀ। ਇਹ ਨੌਜਵਾਨ ਵੀਰ, ਸਤਿਗੁਰਾਂ ਨੇ ਆਪਣਾ ਖਾਸ ਰੂਪ ਬਖਸ਼ਿਆ ਤੇ ਇਹ ਗੱਲ ਕਹੀ ਸੀ ਕਿ ਤੂੰ ਬੇਸ਼ਕੀਮਤੀ ਹੋ ਗਿਆ ਹੈ। ਜੇ ਕਿਤੇ ਤੇਰੇ ਕੋਲ ਸਰੂਪ ਮੇਰਾ ਹੋਵੇਗਾ, ਤੂੰ ਬੇਸ਼ਕੀਮਤੀ ਹੋਵੇਗਾ। ਤੇਰੇ ਵਰਗਾ ਦੁਨੀਆ ਦੇ ਅੰਦਰ ਕੋਈ ਵਡਭਾਗੀ ਤੇ ਕੀਮਤੀ ਨਹੀਂ ਹੋਵੇਗਾ। ਜੇ ਕਿਤੇ ਤੂੰ ਇਤਿਹਾਸ ਨੂੰ ਪੜ੍ਹੇ, ਇਤਿਹਾਸ ਨੂੰ ਅਸੀਂ ਆਪਣੇ ਨੌਜਵਾਨਾਂ ਨੂੰ ਦੱਸ ਸਕੀਏ ਕਿ ਮਾਸਟਰ ਤਾਰਾ ਸਿੰਘ ਜੀ ਹਰ ਵੇਲੇ ਪੰਥ ਖਤਰੇ ਵਿੱਚ ਦੀ ਇੱਕ ਜੋ ਸੀ ਦੁਹਾਈ ਪਾਇਆ ਕਰਦੇ ਸਨ। ਇਤਿਹਾਸਕਾਰ ਲਿਖਦੇ ਨੇ ਕਿ ਇੱਕ ਵਾਰ ਸਰਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਪੁੱਛਿਆ ਕਿ ਹਰ ਵੇਲੇ ਤੁਸੀਂ ਪੰਥ ਨੂੰ ਖਤਰੇ ਦੀ ਗੱਲ ਕਰਦੇ ਹੋ, ਕੀ ਕਦੀ ਇਹ ਖਤਰਾ
ਪੰਥ ਤੋਂ ਟਲੇਗਾ ਵੀ ਤਾਂ ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਟੋੜਾ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਇੱਕ ਗੱਲ ਚੇਤੇ ਰੱਖਿਓ, ਜਿਵੇਂ ਕੀਮਤੀ ਚੀਜ਼ਾਂ ਹੀਰੇ ਤੇ ਜਵਾਹਰਾਤ ਨੇ, ਸੋਨੇ ਤੇ ਚਾਂਦੀ ਹੈ, ਹਰ ਕੀਮਤੀ ਚੀਜ਼ ਨੂੰ ਹਰ ਵੇਲੇ ਖਤਰਾ ਹੁੰਦਾ ਹੈ, ਸੰਭਾਲ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਪੰਥ, ਗੁਰੂ ਕਾ ਨੌਜਵਾਨ, ਇਹਨਾਂ ਨੂੰ ਹਰ ਵੇਲੇ ਖਤਰਾ ਹੈ। ਸੜਕਾਂ ਕੰਢੇ ਪਏ ਇੱਟਾਂ ਤੇ ਰੋੜਿਆਂ ਨੂੰ ਕਦੀ ਕੋਈ ਖਤਰਾ ਨਹੀਂ ਹੁੰਦਾ। ਗੁਰੂ ਪਿਆਰ ਵਾਲਿਓ, ਉਹਨਾਂ ਨੇ ਇਹ ਗੱਲ ਕਹੀ ਸੀ, ਜਦੋਂ ਇਹ ਵੀ ਇੱਟਾਂ ਤੇ ਰੋੜਿਆਂ ਦੇ ਭਾਅ ਹੋ ਜਾਣਗੇ, ਆਪਣੇ ਆਪ ਖਤਰਾ ਟਲ ਜਾਏਗਾ। ਜਦ ਤੱਕ ਇਹ ਹੀਰੇ ਤੇ ਜਵਾਹਰਾਤ ਬਣ ਕੇ ਦੁਨੀਆ 'ਚ ਵਿਚਰਨਗੇ, ਇਹਨਾਂ ਦੇ ਉੱਤੇ ਖਤਰਾ ਮੰਡਰਾਉਂਦਾ ਰਹੇਗਾ। ਬਿਲਕੁਲ ਇਹੋ ਗੱਲ ਕਿਸੇ ਵੇਲੇ ਟੋੜਾ ਸਾਹਿਬ ਨੂੰ ਜਗਦੇਵ ਸਿੰਘ ਤਲਵੰਡੀ ਨੇ ਪੁੱਛੀ ਕਿ ਤੁਸੀਂ ਕਹਿੰਦੇ ਹੋ ਜੀ ਪੰਥ ਨੂੰ ਬੜਾ ਖਤਰਾ ਹੈ, ਪੰਥ ਨੂੰ ਬੜਾ ਖਤਰਾ ਹੈ, ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਇਸ ਕਰਕੇ ਕਹਿੰਦੇ ਆ, ਇਸ ਕਰਕੇ ਪੰਥ ਨੂੰ ਸੁਚੇਤ ਕਰਦੇ ਹਾਂ ਕਿ ਜਦੋਂ ਵੀ ਡਾਕੇ ਪੈਂਦੇ ਨੇ, ਹੀਰੇ ਜਵਾਹਰਾਤਾਂ ਦੀਆਂ ਤਜੋਰੀਆਂ ਤੇ ਡੱਬੀਆਂ ਤੇ ਪੈਂਦੇ ਨੇ, ਕਦੀ ਵੀ ਤੂੜੀਆਂ ਦੀ ਜੋ ਕੋਠੇ ਨੇ, ਉਹਨਾਂ ਤੂੜੀਆਂ ਦੇ ਬੋਰਿਆਂ ਤੇ ਕੋਠੀਆਂ ਦੇ ਉੱਤੇ ਕਦੀ ਡਾਕੇ ਨਹੀਂ ਪੈਂਦੇ। ਸੋ ਇਹ ਨੌਜਵਾਨ, ਤੂੰ ਬਹੁਤ ਕੀਮਤੀ ਹੈ, ਤੂੰ ਬੇਸ਼ਕੀਮਤੀ ਹੈ। ਸਿੱਖੀ ਵਿੱਚ ਰਹਿੰਦਿਆਂ ਤੇਰਾ ਕੋਈ ਮੁੱਲ ਨਹੀਂ, ਕੋਈ ਵੀ ਜੋ ਹੈ ਤੇਰੀ ਬਰਾਬਰਤਾ ਨਹੀਂ ਕਰ ਸਕਦਾ। ਤੁਹਾਡੀ ਕੀਮਤ ਹੈ ਤੁਹਾਡੀ ਸੋਹਬਤ ਸੂਰਤ, ਗੁਰਮਤ ਰਹਿਣੀ ਕਾਰਨ ਹੈ, ਤੇ ਜੇ ਸੂਰਤ ਸਾਬਤ ਨਾ ਰਹੀ ਤਾਂ ਫਿਰ ਕੀਮਤ ਜੋ ਹੈ ਉਹ ਕੁਝ ਵੀ ਨਹੀਂ ਰਹੇਗੀ। ਅਰਨੋਲਡ ਟੋਇਨਬੀ ਤੋਂ ਪੁੱਛ, ਜਿਸ ਨੇ ਬੜੇ ਧਰਮਾਂ ਦੀ ਜੋ ਸੀ ਸਟੱਡੀ ਕੀਤੀ, ਲਗਭਗ 20 ਕਿਤਾਬਾਂ ਜੋ ਸਨ ਵੱਖ-ਵੱਖ ਧਰਮਾਂ ਦੇ ਉੱਤੇ ਲਿਖੀਆਂ, ਉਸ ਨੂੰ ਇੱਕ ਅਮਰੀਕਨ ਬੀਬੀ ਨੇ ਪੁੱਛਿਆ ਸੀ ਕਿ ਤੁਸੀਂ ਤਕਰੀਬਨ ਹਰ ਜੋ ਧਰਮ ਹੈ ਉਹਦੇ ਬਾਰੇ 'ਚ ਪੜ੍ਹਿਆ ਹੈ, ਹਰ ਮਨੁੱਖ ਨੂੰ ਮਿਲੇ ਹੋ, ਦੁਨੀਆ ਦੇ ਹਰ ਕੋਨੇ 'ਚ ਗਏ ਹੋ, ਇਤਨੀਆਂ ਕਿਤਾਬਾਂ ਤੁਸੀਂ ਲਿਖ ਦਿੱਤੀਆਂ, ਤੁਸੀਂ ਸਾਨੂੰ ਇਹ ਦੱਸੋ ਕਿ ਦੁਨੀਆ ਦੇ ਅੰਦਰ ਸਭ ਤੋਂ ਖੂਬਸੂਰਤ ਕੌਣ ਹੈ? ਉਸ ਦਾ ਜਵਾਬ ਸੀ ਕਿ ਦੁਨੀਆ ਦੇ ਅੰਦਰ ਸਭ ਤੋਂ ਖੂਬਸੂਰਤ ਮਨੁੱਖ ਉਹ ਸਿੱਖ ਹੈ ਜਿਸ ਦਾ ਦਾੜਾ ਖੁੱਲਾ ਹੈ, ਜੋ ਸਾਬਤ ਸੂਰਤ ਹੈ, ਸਿਰ ਦੇ ਉੱਤੇ ਦਸਤਾਰ ਹੈ। ਜੱਟ ਉਸਨੇ ਦੂਜਾ ਸਵਾਲ ਕੀਤਾ ਸੀ ਕਿ ਦੁਨੀਆ ਦਾ ਸਭ ਤੋਂ ਬਦਸੂਰਤ ਕੌਣ ਹੈ? ਉਹਦਾ ਜਵਾਬ ਸੀ ਉਹ ਸਿੱਖ ਜਿਸ ਦੀ ਦਾੜੀ ਕੱਟੀ ਹੋਈ ਹੈ। ਹੁਣ ਅਸੀਂ ਆਪ ਫੈਸਲਾ ਕਰਨਾ ਹੈ ਕਿ ਭਾਈ ਤਾਰੂ ਸਿੰਘ ਨੇ ਸੀਸ ਜੋ ਸੀ, ਸੀਸ ਤੋਂ ਖੋਪਰ ਲਵਾ ਕੇ ਜੋ ਗੁਰੂ ਕੀ ਮੋਹਰ ਜਿਸ ਨੂੰ ਸਾਂਭਣ ਦਾ ਯਤਨ ਕੀਤਾ, ਸਾਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਸਿੱਖ ਦੀ ਜੋ ਹੈ ਸਰੀਰ ਜਾ ਸਕਦਾ ਹੈ, ਉਹ ਕੇਸ ਤਿਆਗ ਨਹੀਂ ਸਕਦਾ, ਉਹ ਦੇ ਨਾਲ ਸਾਡੀ ਕੀਮਤ ਹੈ। ਅਰਨੋਲਡ ਟੋਇਨਬੀ ਵਰਗਾ ਕਹਿੰਦਾ ਹੈ ਕਿ ਤੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਹੈ। ਹੁਣ ਸਮਝ ਨਹੀਂ ਆ ਰਹੀ ਕਿ ਕਿਸ ਪਾਸੇ ਲੱਗ ਕੇ ਅੱਜ ਦੇ ਨੌਜਵਾਨ ਤੂੰ ਆਪਣੀ ਖੂਬਸੂਰਤੀ, ਆਪਣੇ ਸੋਹਪਣ ਨੂੰ ਆਪ ਜੋ ਹੈ ਉਹ ਲਾਂਬੂ ਲਾ ਰਿਹਾ ਹੈ, ਗੁਰੂ ਤੋਂ ਬੇਮੁਖ ਹੋ ਰਿਹਾ ਹੈ। ਕਈ ਵਾਰ ਸੋਚਣ ਦੇ ਉੱਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਸ ਨੌਜਵਾਨ ਦਾ ਵੀ ਕਸੂਰ ਨਹੀਂ, ਉਹਦੇ ਤੱਕ ਅਸੀਂ ਸੁਨੇਹਾ ਵੀ ਨਹੀਂ ਪਹੁੰਚਾ ਸਕੇ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਐ ਮੇਰੇ ਵੀਰ, ਤੂੰ ਕੇਸਾਂ ਨੂੰ ਭਾਰ ਸਮਝ ਕੇ ਗੁਰੂ ਦੀ ਮੋਹਰ ਨੂੰ ਆਪਣੇ ਨਾਲੋਂ ਵੱਖ ਕਰਕੇ ਆਪਣੀ ਕੀਮਤ ਤੇ ਪਹਿਚਾਣ ਜੋ ਹੈ ਉਸ ਨੂੰ ਖਤਮ ਕਰ ਰਿਹਾ ਹੈ। ਇਹ ਕੇਵਲ ਕੇਸ ਨਹੀਂ ਤੇਰੇ ਤੋਂ ਹਟ ਰਹੇ, ਇਹ ਤੇਰੀ ਆਪਣੀ ਪਹਿਚਾਣ, ਆਪਣਾ ਗੁਰੂ ਦੇ ਨਾਲ ਰਿਸ਼ਤਾ ਜੋ ਹੈ ਉਹ ਟੁੱਟ ਰਿਹਾ ਹੈ। ਕਿ ਤੈਨੂੰ ਇਤਿਹਾਸ ਤੋਂ ਇਹ ਸੁਨੇਹਾ ਨਹੀਂ ਮਿਲਿਆ ਕਿ ਤੇਰੇ ਬਾਬੇ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਲ ਸਭ ਤੋਂ ਵੱਧ ਸਾਥ ਕਰਨ ਵਾਲੇ ਉਹਨਾਂ ਦੇ ਪਰਮ ਮਿੱਤਰ ਭਾਈ ਮਰਦਾਨੇ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਜੋ ਪਹਿਲਾ ਉਪਦੇਸ਼ ਦਿੱਤਾ ਸੀ ਉਹ ਸੀ ਕਿ ਕੇਸ ਨਹੀਂ ਕਟਾਉਣੇ, ਤੇ ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਗੁਰੂ ਪਾਤਸ਼ਾਹ ਜੀ ਦੇ ਨਾਲ ਰਹੇ, ਗੁਰੂ ਕੇ ਹੁਕਮ ਨੂੰ ਸ਼ਾਹੀ ਤੇ ਇਲਾਹੀ ਫਰਮਾਨ ਸਮਝ ਕੇ ਉਸ ਨੂੰ ਨਾਲ ਨਿਭਾਇਆ। ਗੁਰੂ ਬਾਬੇ ਨੇ ਜਦੋਂ ਮੱਕੇ ਦੀ ਧਰਤੀ ਦੇ ਉੱਤੇ ਮੌਲਵੀ ਬਹਾਉਦੀਨ ਦੇ ਨਾਲ ਉਹਨਾਂ ਨੇ ਗੱਲ ਕੀਤੀ, ਉਸ ਬਹਾਉਦੀਨ ਨੇ ਇਹ ਗੱਲ ਕੀਤੀ ਸੀ ਕਿ ਸੁਨਨਤ ਦੀ ਗੱਲ ਕਰਦਿਆਂ ਕਿ ਉਸ ਰੱਬੀ ਦਰਗਾਹ ਦੇ ਅੰਦਰ ਸੁਨਨਤ ਤੋਂ ਬਿਨਾਂ ਪ੍ਰਵਾਨਗੀ ਨਹੀਂ। ਉਸ ਮਰਦੇ ਮਜਾਇਦ ਗੁਰੂ ਪਾਤਸ਼ਾਹ ਨੇ ਉਸ ਇਸਲਾਮ ਦੀ ਧਰਤੀ ਦੇ ਉੱਤੇ ਬਾਂਕੇ ਦੌਲ ਜਿਹੜੀ ਗੱਲ ਕਹੀ ਸੀ, ਤੈਨੂੰ ਮਾਣ ਤੇ ਫਖਰ ਹੋਣਾ ਚਾਹੀਦਾ ਹੈ ਕਿ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ ਕਿ ਪਹਿਲੀ ਸੁਨਨਤ ਹੀ ਕੇਸ ਹਨ, ਤੇ ਜੋ ਮਨੁੱਖ ਆਪਣੀ ਉਸ ਰੱਬੀ ਰਜ਼ਾ ਵਿੱਚ ਜੰਮਣ ਵੇਲੇ ਨਾਲ ਲੈ ਕੇ ਆਉਂਦਾ ਹੈ ਅਤੇ ਦਰਗਾਹ 'ਚ ਉਹੀ ਕਬੂਲ ਹੈ ਜੋ ਸੁਨਨਤ ਸਾਬਤ ਲੈ ਕੇ, ਕੇਸ ਨਾਲ ਲੈ ਕੇ ਵਾਪਸ ਦਰਗਾਹ 'ਚ ਜਾਵੇਗਾ। ਜੇ ਕਦੇ ਗੁਰੂ ਬਾਬਾ ਇਤਨੀ ਦ੍ਰਿੜਤਾ ਦੇ ਨਾਲ, ਇਤਨੀ ਦਲੇਰੀ ਦੇ ਨਾਲ ਸਮੇਂ ਦੇ ਉਸ ਧਰਮੀ ਨੂੰ ਇਹ ਗੱਲ ਸਮਝਾ ਸਕਦੇ ਨੇ ਕਿ ਜੇ ਕਦੇ ਸੁਨਨਤ ਸਭ ਤੋਂ ਅਵਲ ਤੇ ਪਹਿਲੀ ਹੈ ਉਹ ਕੇਸ ਨੇ, ਤੇ ਫਿਰ ਅਸੀਂ ਉਸ ਗੁਰੂ ਨਾਨਕ ਪਾਤਸ਼ਾਹ ਦੀ ਉਸ ਜੋ ਗੁਰੂ ਪਾਤਸ਼ਾਹ ਦਾ ਜੋ ਉਹ ਵੰਗਾਰ ਸੀ, ਜੋ ਗੁਰੂ ਪਾਤਸ਼ਾਹ ਦਾ ਸੁਨੇਹਾ ਸੀ, ਉਸ ਨੂੰ ਅਸੀਂ ਕਿਉਂ ਛੱਡ ਕੇ ਗੁਰੂ ਪਾਤਸ਼ਾਹ ਤੋਂ ਦੂਰ ਹੋ ਰਹੇ ਹਾਂ। ਅਖੇ ਪੀਰ ਬਹਾਵਦੀ ਸੁਣੋ ਨਾਨਕ ਸ਼ਾਹ, ਲਿਖਿਆ ਵਿੱਚ ਕਤੇਬ ਦੇ ਕਿਆ ਰਸੂਲ ਖੁਦਾਏ, ਬਾਜੋ ਹਰ ਸ਼ਰਾ ਦੇ ਬੰਦੇ ਪਾਕ ਨਾ ਹੋਏ, ਬਾਜੋ ਸੁਨਨਤ ਆਦਮੀ ਦਰਗਾਹ ਲੈਣ ਨਾ ਟੋਏ। ਤੇ ਗੁਰੂ ਪਾਤਸ਼ਾਹ ਜੀ ਦਾ ਜਵਾਬ ਸੀ, ਮੂਏ ਸਿਰੋਂ ਪਾਓ ਖੁਦਾਏ ਦਾ, ਲੈ ਆਇਆ ਬੰਦਾ ਨਾਲ, ਨਾਨਕ ਆਖਿਆ ਪੀਰ ਜੀ ਫਿਰ ਲੈ ਜਾਏ ਨਾਲ, ਫਿਰ ਗਿਆ ਦਰਗਾਹ ਵਿੱਚ ਆਵ ਰੱਖ ਕੀ ਸ਼ਾਨ, ਸਾਬਤ ਸੂਰਤ ਰੱਬ ਦੀ ਪੰਨੈ ਬੇਈਮਾਨ। ਕਿ ਜਿਹੜਾ ਬੇਈਮਾਨ ਹੈ ਉਹ ਉਸ ਸਾਬਤ ਸੂਰਤ ਪ੍ਰਮਾਤਮਾ ਦੀ ਜੋ ਹੈ ਉਸ ਨੂੰ ਭੰਨਦਾ ਹੈ। ਗੁਰੂ ਪਿਆਰ ਵਾਲਿਓ,
ਤਾਂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਵੀ ਸੰਗਤਾਂ ਕਾਇਮ ਕੀਤੀਆਂ, ਸਿੱਖੀ ਦੀ ਫੁਲਵਾੜੀ ਲਾਈ। ਗੁਰੂ ਪਾਤਸ਼ਾਹ ਵੇਲੇ ਉਹ ਵਧੀ ਫੁੱਲੀ, ਉਸੇ ਫੁਲਵਾੜੀ ਗੁਰੂ ਸੰਗਤ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਕਿ ਉਸ ਸੰਗਤ ਨੂੰ ਗੁਰੂ ਪਾਤਸ਼ਾਹ ਨੇ ਖਾਲਸਾ ਬਣਾਇਆ। ਅਤੇ ਨਾਲ ਇਹ ਗੱਲ ਵੀ ਕਹੀ, ਜਦੋਂ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਭਈ ਖਾਲਸਾ ਮੇਰੋ ਰੂਪ ਹੈ ਖਾਸ, ਇਹ ਖਾਲਸਾ ਮੇਰਾ ਖਾਸ ਰੂਪ ਹੈ। ਨਾਲ ਇਤਨਾ ਮਾਣ ਤੇ ਫਖਰ ਦਿੱਤਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਕਿ ਖਾਲਸਾ ਮੇਰਾ ਸੱਜਣ ਸੂਰਾ ਹੈ, ਖਾਲਸਾ ਮੇਰਾ ਪੂਰਾ ਸਤਿਗੁਰ ਹੈ। ਗੱਲ ਕੇਵਲ ਇੱਥੇ ਹੀ ਖਤਮ ਨਹੀਂ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਵੀਰ ਆਸਨ ਹੋ ਕੇ ਜੋ ਗੁਰੂ ਪਾਤਸ਼ਾਹ ਜੀ ਨੇ ਮੰਗਿਆ, ਉਸ ਵੇਲੇ ਅੰਮ੍ਰਿਤ ਜੋ ਇਤਨਾ ਕੀਮਤੀ ਸੀ, ਉਸ ਨੂੰ ਪਵਿੱਤਰ ਸਮਝਦੇ ਹੋਏ ਜਿਨ੍ਹਾਂ ਨੂੰ ਦਾਤਾ ਬਣ ਕੇ ਉਹ ਅੰਮ੍ਰਿਤ ਦੀ ਦਾਤ ਦਿੱਤੀ ਸੀ, ਉਹਨਾਂ ਦੇ ਸਾਹਮਣੇ ਹੀ ਸਤਿਗੁਰੂ ਪਾਤਸ਼ਾਹ ਨੇ ਉਹ ਅੰਮ੍ਰਿਤ ਦੀ ਦਾਤ ਮੰਗੀ। 5 ਚੁਲੇ ਜੋ ਸਨ ਉਹ ਆਪਣੇ ਕੇਸਾਂ ਵਿੱਚ ਵੀ ਪਵਾਏ ਤੇ ਮੰਗਤਾ ਬਣ ਕੇ ਮੰਗ ਕੀਤੀ, ਆਪਣੇ ਕੇਸਾਂ 'ਚ ਪਵਾ ਕੇ ਸਾਬਤ ਕਰ ਦਿੱਤਾ ਕਿ ਅੰਮ੍ਰਿਤ ਇਤਨਾ ਕੀਮਤੀ ਹੈ। ਤੇ ਜਿਵੇਂ ਕੀਮਤੀ ਚੀਜ਼ ਨੂੰ ਉੱਤਮ ਤੇ ਪਵਿੱਤਰ ਥਾਂ ਦੇ ਉੱਤੇ ਰੱਖੀ ਜਾਂਦੀ ਹੈ, ਕੇਸ ਪਵਿੱਤਰ ਨੇ, ਇਹਨਾਂ ਦੇ ਵਿੱਚ ਮੈਂ ਅੰਮ੍ਰਿਤ ਨੂੰ ਰੱਖ ਰਿਹਾ ਹਾਂ। ਵਾਹ, ਅਸੀਂ ਇਤਨੇ ਨਿਗਾਰ ਵਾਲ ਹਾਂ, ਅਕਿਰਤਕਾਨ ਹਾਂ, ਜਿਨ੍ਹਾਂ ਕੇਸਾਂ ਨੂੰ ਅਤ ਉੱਤਮ ਮੰਨ ਕੇ ਗੁਰੂ ਜੀ ਨੇ ਅੰਮ੍ਰਿਤ ਪਾਇਆ, ਉਸੇ ਨੂੰ ਅਸੀਂ ਨਾਈ ਦੇ ਪੀਪਿਆਂ ਦੇ ਅੰਦਰ ਭਰ ਰਹੇ ਹਾਂ, ਅਸੀਂ ਰੋਲ ਰਹੇ ਹਾਂ। ਸ਼ਾਇਦ ਸਾਡੇ ਚੇਤੇ ਨਹੀਂ, ਭਾਈ ਤਾਰੂ ਸਿੰਘ ਜੀ ਦੀ ਦਾ ਲਹਿੰਦਾ ਖੋਪਰ ਸਾਨੂੰ ਵਿਸਰ ਗਿਆ ਹੈ। ਉਹ ਅਨੇਕ ਸ਼ਹੀਦ ਜਿਨ੍ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਅਤੇ ਅੱਤ ਦੇ ਤਸੀਹੇ ਚੱਲੇ ਸਾਡੀ ਸੁਰਤ ਚੋਂ ਸ਼ਾਇਦ ਉਹ ਅਲੋਪ ਹੋ ਰਹੇ ਨੇ। ਕੇਸਾਂ ਨੂੰ ਗੁਰੂ ਕੀ ਮੌਤ ਸਮਝਣ ਦੀ ਥਾਂ ਆਪਣੇ ਸਰੀਰ ਦਾ ਇੱਕ ਫਾਲਤੂ ਹਿੱਸਾ ਸਮਝਦੇ ਹੋਏ ਆਪਣਾ ਨਿੱਜੀ ਜੋ ਹੱਕ ਇਹਨਾਂ ਦੇ ਉੱਤੇ ਮੰਨ ਕੇ ਬੈਠੇ ਹਾਂ ਕਿ ਇਹਨਾਂ ਨੂੰ ਰੱਖਣਾ ਹੈ ਜਾਂ ਨਹੀਂ। ਸ਼ਾਇਦ ਅਸੀਂ ਗੁਰੂ ਦੇ ਨਾਲੋਂ ਨਾਤਾ ਤੋੜ ਰਹੇ ਹਾਂ। ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਆਪਣਾ ਪੂਰਾ ਸਤਿਗੁਰੂ ਹੋਣ ਦਾ ਮਾਣ ਬਖਸ਼ਿਆ ਸੀ ਅਤੇ ਸਾਡਾ ਚੇਲਾ ਹੋਣ ਦਾ ਵੀ ਪ੍ਰਵਾਨ ਕੀਤਾ। ਆਪਣੀ ਦਾੜੀ ਤੋਂ ਬਿਨਾਂ, ਸੂਰਤ ਅਤੇ ਕੇਸਾਂ ਤੋਂ ਬਿਨਾਂ ਸਿਰ ਸ਼ੀਸ਼ੇ ਮੂਹਰੇ ਖੜੇ ਹੋ ਕੇ ਜੇ ਕਿਤੇ ਦੇਖੀਏ, ਅਹਿਸਾਸ ਹੋਵੇਗਾ ਕਿ ਗੁਰੂ ਪਾਤਸ਼ਾਹ ਜੀ ਨੇ ਇਸੇ ਚਿਹਰੇ ਨੂੰ ਆਪਣਾ ਸਤਿਗੁਰੂ ਮੰਨਿਆ ਸੀ। ਗੁਰੂ ਜੀ ਨੇ ਜਿਸ ਨੂੰ ਆਪਣਾ ਸਤਿਗੁਰੂ ਹੋਣ ਦਾ ਮਾਣ ਬਖਸ਼ਿਆ ਸੀ ਕਿ ਇਹ ਉਹੀ ਚਿਹਰਾ ਹੈ। ਕਈ ਵਾਰ ਬੜੀ ਬੇਸ਼ਰਮੀ ਦੇ ਨਾਲ ਰੋਮਾਂ ਦੀ ਬੇਅਦਬੀ ਕਰਕੇ ਵੀ ਇਹ ਕਹਿ ਦਿੱਤਾ ਜਾਂਦਾ ਹੈ, ਇਹ ਤਾਂ ਘਰ ਦੀ ਖੇਤੀ ਹੈ, ਇਸ ਨਾਲ ਕਿਹੜੇ ਅੰਮ ਲੱਗਣੇ ਹਨ। ਨਹੀਂ ਵੀਰੋ, ਇਹ ਸਾਡੀ ਆਪਣੀ ਖੇਤੀ ਨਹੀਂ, ਗੁਰੂ ਕੀ ਮੋਹਰ ਹੈ। ਗਲਤੀ ਸਵੀਕਾਰ ਕਰਕੇ ਭੁੱਲ ਬਖਸ਼ਾ ਕੇ ਗੁਰੂ ਕੋਲ ਅਰਜ਼ੋਈ ਕਰਨੀ ਚਾਹੀਦੀ ਹੈ। ਇਹ ਸਤਿਗੁਰੂ ਜੀ ਭੁੱਲ ਗਿਆ ਸੀ, ਸੁਮਤ ਬਖਸ਼ੋ। ਇੱਕ ਵਾਰ ਕਿਸੇ ਨੌਜਵਾਨ ਨੇ ਕੇਸਾਂ ਦੀ ਬੇਅਦਬੀ ਕੀਤੀ ਜੋ ਇਤਿਹਾਸ ਦੇ ਅੰਦਰ ਗਵਾਹੀ ਲੱਭਦੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੂੰ ਸੁਨੇਹਾ ਮਿਲਿਆ ਕਿ ਉਸਨੇ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਹੁਣ ਰੋਮਾਂ ਦੀ ਬੇਅਦਬੀ ਕਰ ਲਈ ਹੈ। ਗੁਰੂ ਪਿਆਰ ਵਾਲਿਓ, ਭਾਈ ਅਕਾਲੀ ਫੂਲਾ ਸਿੰਘ ਜੀ ਨੇ ਜਦੋਂ ਉਸ ਨੂੰ ਸੁਨੇਹਾ ਘੱਲਿਆ ਤਾਂ ਉਸ ਨੇ ਜੋ ਇਤਿਹਾਸ ਦੇ ਅੰਦਰ ਹਵਾਲਾ ਲੱਭਦਾ ਹੈ ਕਿ ਆਪਣੇ ਕੇਸ ਜੋ ਸਨ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਭੇਜ ਦਿੱਤੇ ਕਿ ਆ ਲਓ ਜੋ ਤੁਹਾਡੇ ਕੇਸ ਨੇ ਮੈਂ ਤੁਹਾਨੂੰ ਵਾਪਸ ਭੇਜ ਰਿਹਾ। ਗੁਰੂ ਪਿਆਰ ਵਾਲਿਓ, ਜਥੇਦਾਰ ਜੀ 5 ਸਿੰਘਾਂ ਨੂੰ ਨਾਲ ਲੈ ਕੇ ਉਸ ਦੇ ਕੋਲ ਪਹੁੰਚ ਗਏ। ਕਹਿਣ ਲੱਗੇ, ਭਲਿਆ ਕੇਸ ਤਾਂ ਤੂੰ ਭੇਜ ਦਿੱਤੇ ਨੇ ਵਾਪਸ, ਲੇਕਿਨ ਤੈਨੂੰ ਪਤਾ ਹੈ ਕੇਸਾਂ ਦੇ ਵਿੱਚ ਜੋ ਅੰਮ੍ਰਿਤ ਸੀ ਤੂੰ ਮੈਨੂੰ ਲਿਖ ਕੇ ਭੇਜਿਆ ਕਿ ਇਹ ਲੋ ਆਪਣੇ ਕੇਸ, ਇਹਨਾਂ ਦੇ ਵਿੱਚ ਜੋ ਅੰਮ੍ਰਿਤ ਸੀ ਤੇ ਨਾਲ ਕੇਸ ਤੁਹਾਨੂੰ ਭੇਜ ਰਿਹਾ। ਕਹਿਣ ਲੱਗੇ, ਤੇਰੇ ਨੇਤਰਾਂ 'ਚ ਵੀ 5 ਚੂਲੇ ਪਾਏ ਸਨ, ਤੇਰੇ ਅੰਦਰ ਵੀ 5 ਚੂਲੇ ਦਿੱਤੇ ਗਏ ਸਨ, ਮੈਂ ਉਹ ਵੀ ਤੇਰੇ ਵਿੱਚੋਂ ਕੱਢਣ ਦੇ ਵਾਸਤੇ ਆਇਆ ਹਾਂ। ਤੇਰੀਆਂ ਅੱਖਾਂ ਦੇ ਵਿੱਚੋਂ ਉਹ ਅੰਮ੍ਰਿਤ ਕੱਢਣਾ ਹੈ, ਤੇਰੇ ਅੰਦਰੋਂ ਅੰਮ੍ਰਿਤ ਕੱਢਣਾ ਹੈ। ਨੌਜਵਾਨ ਨੂੰ ਗਲਤੀ ਦਾ ਅਹਿਸਾਸ ਹੋਇਆ, ਉਸਨੇ ਖਿਮਾ ਮੰਗੀ। ਕਈ ਇਤਿਹਾਸ ਦੇ ਹਵਾਲਿਆਂ ਵਿੱਚ ਭਾਈ ਰਣਧੀਰ ਸਿੰਘ ਜੀ ਨਾਲ ਵੀ ਇਹੋ ਜਿਹੀ ਘਟਨਾ ਜੋ ਹੈ ਉਹ ਜੋੜੀ ਜਾਂਦੀ ਹੈ ਕਿ ਉਹਨਾਂ ਦੇ ਸਮੇਂ ਵੀ ਇਹੋ ਜਿਹੀ ਘਟਨਾ ਹੋਈ। ਨੌਜਵਾਨ ਆਪਣੇ ਗੌਰਵਮਈ ਇਤਿਹਾਸ ਤੋਂ ਸੇਧ ਲਈਏ। ਕੌਮੀ ਵਿਦਵਾਨ, ਪ੍ਰਚਾਰਕਾਂ, ਆਗੂਆਂ, ਸੰਸਥਾਵਾਂ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਆਪਣੇ ਨੌਜਵਾਨਾਂ ਨੂੰ ਸਿੱਖੀ ਦੇ ਵੱਡਮੁੱਲੇ ਵਿਰਸੇ ਨਾਲ ਜੋੜਨ ਲਈ। ਕੇਸਾਂ ਕਾਰਨ ਹੀ ਸਾਡਾ ਨਿਆਰਾ ਤੇ ਨਿਰਾਲਾਪਣ ਹੈ। ਜੇ ਕੇਸ ਹੀ ਨਹੀਂ ਤਾਂ ਫਿਰ ਅਡਰੀ ਹਸਤੀ, ਵੱਖਰੀ ਪਹਿਚਾਨ ਜੋ ਹੈ ਉਹ ਬਿਲਕੁਲ ਗਵਾਚ ਜਾਵੇਗੀ। ਦਾੜੀ ਗਈ, ਕੇਸ ਜੋ ਹੈ ਉਹ ਕੁਦਰਤੀ ਤੌਰ ਦੇ ਉੱਤੇ ਜਾਣਗੇ। ਕੇਸ ਗਏ, ਦਸਤਾਰ ਚਲੀ ਜਾਏਗੀ ਤੇ ਜਦੋਂ ਦਸਤਾਰ ਵੀ ਸਿਰੋਂ ਲੈ ਗਈ ਫਿਰ ਅਸੀਂ ਦੁਨੀਆ ਦੀ ਇਸ 7 ਅਰਬ ਦੀ ਆਬਾਦੀ ਦੇ ਵਿੱਚ ਗੁੰਮ ਹੋ ਜਾਵਾਂਗੇ, ਅਲੋਪ ਹੋ ਜਾਵਾਂਗੇ। ਸਿੱਖੀ ਦਾ ਸਾਡੀ ਜੋ ਮੋਹਰ ਹੈ ਉਹ ਖਤਮ ਹੋ ਜਾਏਗੀ ਕਿ ਗੁਰੂ ਕੇ ਸਿੱਖ ਨੇ। ਪੱਛਮ ਦੇ ਫਿਲਾਸਫਰ ਜੋਰਜ ਐਰਵਲ ਨੇ ਬੜਾ ਹੀ ਸੁੰਦਰ ਸੁਨੇਹਾ ਸੰਸਾਰ ਨੂੰ ਦਿੱਤਾ ਹੈ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ 'ਚ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਪਿਛਲੇ ਇਤਿਹਾਸ ਤੇ ਪਕੜ ਜੋ ਹੈ ਉਸ ਨੂੰ ਤਕੜੀ ਕਰਕੇ ਰੱਖੋ। ਜੇਕਰ ਅਸੀਂ ਇਤਿਹਾਸ ਦੀ ਕੜੀ ਨੂੰ ਛੱਡ ਦਿਆਂਗੇ, ਆਪਣੇ ਸ਼ਹੀਦਾਂ ਨੂੰ ਭੁੱਲ ਜਾਵਾਂਗੇ, ਉਹਨਾਂ ਦੇ ਕੀਤੇ ਹੋਏ ਪਰਉਪਕਾਰਾਂ ਤੋਂ ਦੂਰ ਹੋ ਜਾਵਾਂਗੇ ਤਾਂ ਇਹ ਗੱਲ ਪੱਕੀ ਹੈ ਕਿ ਫਿਰ ਅਸੀਂ ਆਉਣ ਵਾਲੇ ਭਵਿੱਖ ਦੇ ਅੰਦਰ ਕਿਤੇ ਸਿੱਖਾਂ ਦੀਆਂ ਜੋ ਤਸਵੀਰਾਂ ਹਨ ਉਹ ਦੱਸ ਕੇ ਦੱਸਿਆ ਕਰਾਂਗੇ ਕਿ ਸਾਡੇ ਵੱਡੇ ਸਨ। ਮੈਂ ਇਹ ਨਹੀਂ ਕਹਿ ਰਿਹਾ ਕਿ ਇਤਨਾ ਜੋ ਹੈ ਅਸੀਂ ਨਿਗਾਰ ਵੱਲ ਜਾ ਚੁੱਕੇ ਹਾਂ, ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ
ਅਸੀਂ ਅਵੇਸਲੇ ਹੋਏ ਹਾਂ, ਸਹਿਜੇ ਸਹਿਜੇ ਆਸਤਾ ਆਸਤਾ ਕਰਕੇ ਸ਼ਾਇਦ ਉਹ ਸਮਾਂ ਵੀ ਸਾਨੂੰ ਕਿਤੇ ਨਾ ਦੇਖਣਾ ਪਵੇ। ਸਿੱਖ ਨੌਜਵਾਨ ਵੀਰ ਨੂੰ, ਭੈਣਾਂ ਨੂੰ ਇਹ ਸਵਾਲ ਪੁੱਛ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਤੁਸੀਂ ਕੇਸ ਕਿਉਂ ਰੱਖੇ ਹਨ। ਨੌਜਵਾਨੋ, ਸਵਾਲ ਹੀ ਗਲਤ ਹੈ। ਭਾਰਤ 'ਚ ਇੱਕ ਭੈੜੀ ਪਰੰਪਰਾ ਚਲੀ ਕਿ ਮਾਤਾ ਦੇ ਉਦਰ 'ਚ ਹੁੰਦਿਆਂ ਜੋ ਕੇਸ ਬੱਚੇ ਦੇ ਨਾਲ ਆਏ ਨੇ ਉਹ ਅਪਵਿੱਤਰ ਹੋ ਗਏ ਨੇ, ਉਹਨਾਂ ਨੂੰ ਕੱਟ ਦਿੱਤਾ ਜਾਵੇ। ਜਿੱਥੋਂ ਮੁੰਡਨ ਦੀ ਜੋ ਹੈ ਉਹ ਵੀ ਦੱਸਦੇ ਨੇ ਪ੍ਰਪਾਟੀ ਇਸੇ ਤਰ੍ਹਾਂ ਚਲੀ ਕਿ ਨਾਲ ਆਏ ਨੇ ਇਹ ਅਪਵਿੱਤਰ ਨੇ। ਪਰ ਕੇਵਲ ਕੇਸ ਕਿਉਂ, ਇਹ ਰਿਵਾਜ ਬਣਾ ਦਿੱਤਾ ਗਿਆ। ਕੇਵਲ ਕੇਸ ਕਿਉਂ, ਉਹਦੇ ਨਾਲ ਤਾਂ ਨੱਕ ਵੀ ਆਇਆ ਸੀ, ਉਹਦੇ ਨਾਲ ਤਾਂ ਕੰਨ ਵੀ ਆਏ ਸਨ, ਉਹਨਾਂ ਦੇ ਨੂੰ ਕਿਉਂ ਨਹੀਂ ਜੋ ਹੈ ਅਪਵਿੱਤਰ ਮੰਨਿਆ ਗਿਆ। ਇਹ ਸਵਾਲ ਹੀ ਗਲਤ ਹੈ ਕਿ ਕੇਸ ਕਿਉਂ ਰੱਖੇ ਹਨ। ਸਿੱਖ ਕੇਸ ਨਹੀਂ ਰੱਖਦਾ, ਬਲਕਿ ਸਾਰੀ ਦੁਨੀਆ ਕੇਸ ਕਟਵਾਉਂਦੀ ਹੈ। ਜੇ ਕਦੇ ਅਸੀਂ ਇਹ ਗੱਲ ਕਹੀਏ ਕਿ ਸਵਾਲ ਇਹ ਹੈ ਕਿ ਕੇਸ ਹੀ ਕਿਉਂ, ਤਾਂ ਫਿਰ ਸਵਾਲ ਇਹ ਵੀ ਬਣਦਾ ਹੈ ਅੱਖਾਂ ਤੇ ਨੱਕ ਕਿਉਂ, ਤੁਸੀਂ ਉਹ ਕਿਉਂ ਰੱਖੇ ਨੇ। ਅਸੀਂ ਉਹਨਾਂ ਤੋਂ ਸਵਾਲ ਕਰ ਸਕਦੇ ਹਾਂ। ਜਾਰਜ ਬਰਨਰਡ ਸ਼ਾਹ, ਅੰਗਰੇਜ਼ੀ ਦਾ ਦਾਨਸ਼ਵਰ, ਉਹ ਲਿਖਦੇ ਹਨ ਕਿ ਇੱਕ ਦਿਨ ਉਹ ਆਪਣੀ ਹਜਾਮਤ ਕਰ ਰਿਹਾ ਸੀ। ਇੱਕ ਛੋਟੇ ਬੱਚੇ ਨੇ ਆ ਕੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਕੇਸ ਕਿਉਂ ਜੋ ਹੈ ਹਜਾਮਤ ਕਿਉਂ ਕਰ ਰਹੇ ਹੋ, ਤੁਸੀਂ ਹਜਾਮਤ ਕਿਉਂ ਕਰ ਰਹੇ ਹੋ, ਕੇਸ ਕਿਉਂ ਕੱਟ ਰਹੇ ਹੋ, ਆਪਣੀ ਦਾੜੀ ਕਿਉਂ ਕੱਟ ਰਹੇ ਹੋ। ਤਾਂ ਬਰਨਰਡ ਸ਼ਾਹ ਕਹਿੰਦਾ ਕਿ ਮੈਂ ਕਿਤਨੀ ਦੇਰ ਉਸਦੀ ਮਾਸੂਮੀਅਤ ਭਰੇ ਸਵਾਲ ਜੋ ਸੀ ਉਸ ਨੂੰ ਲੱਭਦਾ ਰਿਹਾ ਕਿ ਕੋਈ ਜਵਾਬ ਮਿਲੇ, ਮੈਨੂੰ ਕੋਈ ਜਵਾਬ ਨਾ ਮਿਲਿਆ। ਆਖਰ ਹਜਾਮਤ ਦਾ ਸਮਾਨ ਜੋ ਸੀ ਉਹ ਕਹਿੰਦੇ ਨੇ ਮੈਂ ਖਿੜਕੀ ਤੋਂ ਬਾਹਰ ਸੁੱਟ ਦਿੱਤਾ। ਉਹ ਇੱਕ ਦਾਨਸ਼ਵਰ ਸੀ, ਉਸ ਨੂੰ ਇੱਕ ਬੱਚੇ ਨੇ ਟੁੰਬ ਕੇ ਜਗਾ ਦਿੱਤਾ ਕਿ ਭਾਈ ਤੁਸੀਂ ਕੇਸ ਕੱਟ ਕਿਉਂ ਰਹੇ ਹੋ। ਗੁਰੂ ਪਿਆਰ ਵਾਲਿਓ, ਇਹ ਨੌਜਵਾਨੋ, ਗੁਰੂ ਪਾਤਸ਼ਾਹ ਸਾਬਤ ਸੂਰਤ ਨੂੰ ਵਿਗਾੜਨ, ਗੁਰੂ ਪਾਤਸ਼ਾਹ ਦੀ ਇਸ ਸਾਬਤ ਸੂਰਤ ਨੂੰ ਵਿਗਾੜਨ ਵਾਲਿਓ, ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਜਨਮ ਤੋਂ ਪਹਿਲਾਂ ਹੀ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਤੁਹਾਡੇ ਰੂਪ ਚ ਰੱਬ ਤੋਂ ਦਾਤ ਮੰਗੀ। ਫਿਰ ਜਨਮ ਤੋਂ ਬਾਅਦ ਫਿਰ ਤੁਹਾਡੀ ਖੁਸ਼ੀ ਜੋ ਸੀ ਉਹਦੇ ਸ਼ੁਕਰਾਨੇ ਦੇ ਵਿੱਚ, ਤੁਹਾਡੀ ਦੇਹ ਰੋਗਤਾ ਦੇ ਵਾਸਤੇ, ਸੁਖ ਸ਼ਾਂਤੀ ਵਾਸਤੇ, ਚੰਗੀ ਵਿਦਿਆ ਵਾਸਤੇ, ਚੰਗੇ ਕਾਰ ਰੋਜ਼ਗਾਰ ਵਾਸਤੇ, ਚੜ੍ਹਦੀ ਕਲਾ ਲਈ ਕਿਤਨੀਆਂ ਹੀ ਅਰਦਾਸਾਂ ਗੁਰੂ ਪਾਤਸ਼ਾਹ ਦੇ ਸਨਮੁਖ ਹੋ ਕੇ ਆਪ ਕੀਤੀਆਂ ਨੇ ਤੇ ਕਰਵਾਈਆਂ ਨੇ। ਉਹਨਾਂ ਅਰਦਾਸਾਂ ਦੇ ਵਿੱਚ ਕੀ ਮੰਗ ਰੱਖੀ ਗਈ ਸੀ? ਸਿੱਖੀ ਦਾਨ, ਕੇਸ ਦਾਨ ਤੇ ਅੱਜ ਰਹਿਤ ਦਾਨ, ਵਿਵੇਕ ਦਾਨ। ਤੇ ਤੁਸੀਂ ਅੱਜ ਕਿਵੇਂ ਭੁੱਲ ਬਾਰ-ਬਾਰ ਸਾਡਿਆਂ ਬਜ਼ੁਰਗਾਂ ਨੇ ਜੋ ਅਰਦਾਸ ਦੇ ਵਿੱਚ ਸਿੱਖੀ ਦਾਨ ਮੰਗਿਆ, ਉਹ ਸਿੱਖੀ ਤੋਂ ਅੱਜ ਬੇਮੁਖ ਜਾਣੇ ਜਾਂ ਅਣਜਾਣੇ ਚ ਹੋ ਰਹੇ ਹਾਂ। ਨੌਜਵਾਨੋ, ਕਈ ਵਾਰ ਕਿਸੇ ਦੇ ਸਮਝਾਉਣ ਤੇ ਤੁਹਾਡਾ ਜਵਾਬ ਹੁੰਦਾ ਹੈ ਕਿ ਕੋਸ਼ਿਸ਼ ਕਰਾਂਗਾ ਕੇਸ ਰੱਖਣ ਦੀ। ਇਹ ਬਿਲਕੁਲ ਗਲਤ ਹੈ। ਤੂੰ ਕਿਰਪਾ ਕਰਕੇ ਕੋਈ ਕੋਸ਼ਿਸ਼ ਨਾ ਕਰ, ਕੋਸ਼ਿਸ਼ ਕਰਨ ਦੀ ਲੋੜ ਹੀ ਨਹੀਂ। ਕੇਸ ਜੋ ਨੇ ਉਹ ਕੁਦਰਤੀ ਨਿਯਮ ਨੇ, ਕੁਦਰਤੀ ਵਰਤਾਰਾ ਹੈ, ਆਪਣੇ ਆਪ ਸਾਬਤ ਸੂਰਤ ਹੋ ਜਾਵੇਗਾ। ਕੋਸ਼ਿਸ਼ ਤਾਂ ਕੱਟਣ ਲਈ ਕਰਨੀ ਪੈਂਦੀ ਹੈ, ਕੋਸ਼ਿਸ਼ ਜੋ ਹੈ ਰੱਖਣ ਵਾਸਤੇ ਨਹੀਂ। ਸਰਦਾਰ ਕਪੂਰ ਸਿੰਘ ਜੀ ਨੇ ਇੱਕ ਬਹੁਤ ਪੁਰਾਣਾ, ਉਹਨਾਂ ਨੂੰ ਇੱਕ ਵਾਕਫ ਮਿਲਿਆ ਤੇ ਉਹ ਪਤਤ ਹੋ ਚੁੱਕਿਆ ਸੀ। ਉਹਨਾਂ ਪੁੱਛਿਆ ਇਹ ਕੀ? ਕਹਿਣ ਲੱਗਾ ਛੱਡੋ, ਇਹ ਸਭ ਜੋ ਨੇ ਇਹ ਪੁਰਾਣੀਆਂ ਗੱਲਾਂ ਨੇ। ਸਰਦਾਰ ਜੀ ਨੇ ਬੜੇ ਕਮਾਲ ਦਾ ਜਵਾਬ ਦਿੱਤਾ। ਕਹਿਣ ਲੱਗੇ ਫਿਰ ਮੂਰਖਤਾ ਵੀ ਤਾਂ ਬਹੁਤ ਪੁਰਾਣੀ ਹੈ, ਇਸ ਨੂੰ ਕਿਉਂ ਨਹੀਂ ਛੱਡ ਰਿਹਾ, ਇਹ ਕਿਉਂ ਪੱਲੇ ਬਣ ਕੇ ਚੱਲ ਰਿਹਾ। ਸਿੱਖ ਨੌਜਵਾਨੋ, ਕੇਸਾਂ ਦੀ ਬੇਅਦਬੀ ਕਰਕੇ ਪਤਤ ਹੋ ਕੇ ਸਿੱਖ ਬਦਸੂਰਤ ਤੇ ਪਾਪੀ ਹੋ ਜਾਂਦਾ ਹੈ, ਗੁਰੂ ਨਾਲੋਂ ਰਿਸ਼ਤਾ ਤੋੜ ਲੈਂਦਾ ਹੈ। ਇਹ ਉਹ ਬਲਬ ਦੀ ਨਿਆਈ ਹੈ ਜਿਸ ਦਾ ਪਾਵਰ ਉਸ ਦੇ ਨਾਲ ਨਾ ਤਾਂ ਟੁੱਟਿਆ ਹੈ, ਹੁਣ ਨਾ ਚਮਕਦਾ ਹੈ, ਨਾ ਰੋਸ਼ਨੀ ਦਿੰਦਾ ਹੈ। ਗੁਰੂ ਤੇ ਉਪਦੇਸ਼ ਹੈ, ਕੰਗਾ ਦੋਨੋਂ ਵਕਤ ਕਰ, ਪਾਗ ਚੁਣਿਆ ਕਰ ਬਾਂਦੀ। ਜੇ ਕਦੇ ਅਸੀਂ ਕੇਸ ਨਹੀਂ ਤੇ ਗੁਰੂ ਦਾ ਇਹ ਉਪਦੇਸ਼ ਕਿਵੇਂ ਕਮਾਵਾਂਗੇ। 1 ਮਿੰਟ ਕੇਸ ਵਾਹੁਣ ਦੇ ਲੱਗਦੇ ਹਨ, ਖੁੱਲੇ ਦਾੜੇ ਨੂੰ ਸਿਰਫ ਤੇਲ ਲਗਾ ਕੇ ਬੁਰਸ਼ ਫੇਰਨਾ ਹੈ, 1 ਮਿੰਟ ਲੱਗੇਗਾ ਤੇ ਫਿਰ ਸਿਰ ਤੇ ਦਸਤਾਰ ਸਜਾਉਣੀ ਹੈ। ਬਹੁਤੇ ਨੌਜਵਾਨ ਜੋ ਨੇ ਉਹ ਦਸਤਾਰ ਬਹੁਤ ਬਣੀਆਂ ਤੇ ਚੰਗਾ ਸਮਾਂ ਲਾ ਕੇ ਬੰਨ੍ਹਦੇ ਹਨ, ਪਰ ਮੂੰਹ ਦੇ ਉੱਤੋਂ ਦਾੜੀ ਜੋ ਹੈ ਉਸ ਨੂੰ ਕੱਟ ਲੈਂਦੇ ਹਨ। ਸਮਝ ਨਹੀਂ ਆਉਂਦੀ ਕਿ 1 ਮਿੰਟ ਦੇ ਵਾਸਤੇ ਕਿਉਂ ਗੁਰੂ ਤੋਂ ਬੇਮੁਖ ਹੋ ਰਹੇ ਹਾਂ। ਸਮਾਂ ਪਾ ਕੇ ਦਸਤਾਰ ਨੂੰ ਵੀ ਇੱਕ ਦਿਨ ਉਹ ਲਾ ਦੇਣਗੇ ਤੇ ਫਿਰ ਕੇਸ ਰਹਿਤ ਹੋ ਜਾਣਗੇ। ਇਹੀ ਕਾਰਨ ਹੈ ਅਸੀਂ ਦੇਖਦੇ ਹਾਂ ਕਿ ਦਾਦਾ ਸਾਬਤ ਸੂਰਤ ਹੈ, ਉਹਦੇ ਨਾਲ ਉਹਦਾ ਬੇਟਾ ਜੋ ਪਿਤਾ ਉਹ ਜੋ ਹੈ ਉਹ ਦਾੜੀ ਤੋਂ ਬਿਨਾਂ ਚੱਲ ਰਿਹਾ ਹੈ, ਤੇ ਫਿਰ ਜਿਹੜਾ ਪੋਤਾ ਹੈ ਉਹਦੇ ਸਿਰ ਦੇ ਉੱਤੇ ਕੇਸ ਹੀ ਨਹੀਂ, ਉਹ ਬਿਲਕੁਲ ਪਤਤ ਹੋ ਗਿਆ ਹੈ। ਗੁਰੂ ਪਿਆਰ ਵਾਲਿਓ, ਕਈ ਵਾਰ ਇਹ ਵੀ ਨੌਜਵਾਨੋ ਤੁਸੀਂ ਪੁੱਛਦੇ ਹੋ ਹੁਣ ਦੇਸ਼ਾਂ ਜੋ ਹੈ ਕੇਸਾਂ ਦੀ ਕੀ ਲੋੜ ਹੈ, ਹੁਣ ਇਹ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀ ਜ਼ਰੂਰਤ ਕੀ ਹੈ। ਬਿਲਕੁਲ ਇਹੀ ਉਹੀ ਸਵਾਲ ਜੋ ਸੀ ਕਿਸੇ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਪੁੱਛਿਆ ਸੀ, ਉਹਨਾਂ ਜਵਾਬ ਦਿੱਤਾ ਸੀ ਕਿ ਤੈਨੂੰ ਫਾਇਦਾ ਨਹੀਂ। ਉਸਨੇ ਕਿਹਾ ਫਾਇਦਾ ਕੀ ਹੈ? ਉਹਨਾਂ ਨੇ ਕਿਹਾ ਕੀ ਤੈਨੂੰ ਫਾਇਦਾ ਨਹੀਂ? ਵਿਦਿਆਰਥੀ ਨੇ ਕਿਹਾ ਨਹੀਂ, ਮੈਨੂੰ ਕੋਈ ਫਾਇਦਾ ਨਹੀਂ, ਤੁਹਾਨੂੰ ਹੈ? ਮਾਸਟਰ ਜੀ ਨੇ ਕਿਹਾ ਹਾਂ ਮੈਨੂੰ ਹੈ ਤੈਨੂੰ ਨਹੀਂ, ਕਿਉਂਕਿ ਤੂੰ ਸ਼ਾਇਦ ਸੋਚਦਾ ਹੋਵੇਗਾ ਮੈਂ ਕੜਾ ਪਾ ਲਾਂਗਾ ਪਾਸ ਹੋ ਜਾਵਾਂਗਾ, ਮੈਂ ਕੜਾ ਪਾ ਲਾਂਗਾ ਮੇਰਾ ਕੋਈ ਇਹ ਕੰਮ ਬਣ ਜਾਏਗਾ, ਪਰ ਮੈਨੂੰ ਇਹ ਕੜਾ ਦਰਸਾਉਂਦਾ ਹੈ, ਕੇਸ ਦਰਸਾਉਂਦੇ ਨੇ ਜਿਨ੍ਹਾਂ ਨੇ ਇਹ ਪਾਇਆ ਸੀ, ਜਿਨ੍ਹਾਂ ਨੇ ਇਹ ਰੱਖੇ ਸਨ, ਉਹਨਾਂ ਨੇ ਅੱਤ ਦੇ ਤਸੀਹੇ ਚੱਲੇ,
ਰੰਬੀਆਂ ਦੇ ਨਾਲ ਉਹਨਾਂ ਦੇ ਖੋਪਰ ਲੈ ਗਏ, ਚਰਖੜੀਆਂ ਦੇ ਉੱਤੇ ਝੂਟੇ ਲੈ ਲਏ, ਤਤੀਆਂ ਤਵੀਆਂ ਦੇ ਉੱਤੇ ਬੈਠੇ, ਫਾਂਸੀ ਦੇ ਰੱਸੇ ਚੁੰਮ ਲਏ, ਡਾਂਗਾਂ ਦੀਆਂ ਮਾਰਾਂ ਖਾਧੀਆਂ, ਲੇਕਿਨ ਗੁਰੂ ਤੋਂ ਬੇਮੁਖ ਨਹੀਂ ਹੋਏ। ਆਪਣੀ ਸਾਂਝ ਗੁਰੂ ਦੇ ਨਾਲ ਬਣਾ ਕੇ ਰੱਖੀ। ਕਹਿਣ ਲੱਗੇ ਮੈਨੂੰ ਇਹ ਕਕਾਰ, ਇਹ ਜੋ ਕੇਸ ਨੇ, ਇਹ ਆਪਣੇ ਗੁਰੂ ਦੇ ਨਾਲ ਮਿਲਾਪ ਜੋ ਹੈ, ਉਹਨਾਂ ਗੁਰਸਿੱਖਾਂ ਦਾ ਸਮਰਪਣ ਉਹ ਯਾਦ ਕਰਾਉਂਦਾ ਹੈ ਕਿ ਇਹਨਾਂ ਦੇ ਰਾਹੀਂ ਨਾਤਾ ਜੋ ਹੈ ਗੁਰੂ ਦੇ ਨਾਲ ਬਣਦਾ ਹੈ। ਨੌਜਵਾਨ, ਗੁਰੂ ਕੋਲ ਦਲੀਲ ਤੇ ਹੁਜਤ ਨਹੀਂ ਹੁੰਦੀ। ਕਰਨੀ ਹੀ ਜੋ ਹੈ ਉਹ ਗੁਰੂ ਦੇ ਸਿਰ ਦਾ ਫਰਜ਼ ਹੈ। ਇੱਥੇ ਹੀਲ ਤੇ ਹੁਜਤ ਨਹੀਂ ਚੱਲਦੀ। ਗੁਰੂ ਪਿਆਰ ਵਾਲਿਓ, ਭਾਈ ਨੰਦ ਲਾਲ ਜੀ ਨੇ ਬੜਾ ਕਮਾਲ ਦਾ ਇਹ ਗੱਲ ਕਹੀ ਸੀ। ਕਹਿਣ ਲੱਗੇ ਇੱਕ ਵਾਰ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਬੈਠਾ ਕਿ ਮੈਂ ਆਪਣੀ ਜਾਨ ਹਾਜ਼ਰ ਕਰਦਾ ਹਾਂ, ਮੇਰੇ ਤੇ ਆਪਣੀ ਨਜ਼ਰ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਕਿਹਾ ਸੀ ਇੱਥੇ ਸੌਦੇਬਾਜ਼ੀ ਨਹੀਂ ਹੁੰਦੀ। ਤੇ ਇਹ ਜੋ ਉਹਨਾਂ ਨੇ ਆਪਣੀ ਲਿਖਤਾਂ ਦੇ ਅੰਦਰ ਲਿਖਿਆ, ਗੁਫਤਮ ਕੇ ਜਦ ਹਿਮ ਇਵਜ਼ ਨਿਗਾਹੇ ਤੋਂ ਗੁਫਤਾ ਮਿਵ ਮਾਓ ਤੋਂ ਸੌਦਾ ਨਵੀਂ ਸ਼ਬਦ। ਇੱਕ ਇੱਥੇ ਫਾਇਦੇ ਨੁਕਸਾਨ, ਇਹ ਬਾਣੀਆਂ ਦੀ ਬਿਰਤੀ ਦਾ ਸਵਾਲ ਹੈ। ਇੱਥੇ ਜੋ ਹੈ ਸੀਸ ਤਲੀ ਤੇ ਰੱਖ ਕੇ ਚੱਲਣਾ ਪੈਂਦਾ ਹੈ। ਇੱਥੇ ਪ੍ਰੇਮ ਜੋ ਹੈ ਉਹਦੀ ਖੇਡ ਦਾ ਮਾਰਗ ਹੈ। ਇੱਥੇ ਤਾਂ ਜੋਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕੇਸ ਗੁਰੂ ਦੀ ਦਾਤ ਹੈ, ਗੁਰੂ ਦਾ ਤੋਹਫਾ ਹੈ, ਉਹਨਾਂ ਦੀ ਬਖਸ਼ਿਸ਼ ਹੈ। ਬਜ਼ੁਰਗਾਂ ਦੀਆਂ ਨਿਸ਼ਾਨੀਆਂ ਜਿਵੇਂ ਦੁਨੀਆ ਸੰਭਾਲ ਕੇ ਰੱਖਦੀ ਹੈ, ਤੈਨੂੰ ਆਪਣੇ ਗੁਰੂ ਦੀ ਇਹ ਨਿਸ਼ਾਨੀ ਹੈ, ਇਸ ਨੂੰ ਹਰ ਵੇਲੇ ਆਪਣੇ ਅੰਗ ਸੰਗ ਰੱਖਣਾ ਹੈ। ਨੌਜਵਾਨ ਵੀਰੋ ਤੇ ਭੈਣੋ, ਸਿੱਖ ਰਾਜ ਦੀ ਸਮਾਪਤੀ ਉਪਰੰਤ 9 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਗਵਰਨਰ ਲਾਰਡ ਡਲਹੌਜੀ ਨੇ ਆਪਣੀ ਹਿਫਾਜ਼ਤ ਵਿੱਚ ਲਿਆ। ਤੇ ਫਿਰ ਮਹਾਰਾਜਾ ਇਹ ਸਾਰੇ ਸਿੱਖ ਜੋ ਸੀ ਉਹਦੇ ਨਾਲੋਂ ਐਲਕਾਰ ਹਟਾ ਦਿੱਤੇ ਗਏ, ਗ੍ਰੰਥੀ ਜੋ ਸਨ ਹਟਾ ਦਿੱਤੇ ਗਏ, ਵੱਖ ਕਰ ਦਿੱਤੇ ਗਏ। ਤੇ ਮੁਸਲਮਾਨ ਐਲਕਾਰ ਮੀਆਂ ਖੇਮਨ ਜੋ ਸੀ ਉਹਨਾਂ ਦੇ ਨਾਲ ਕਲਕੱਤੇ ਭੇਜਿਆ। ਫਿਰ ਅਮਰੀਕਨ ਮਿਸ਼ਨ ਸਕੂਲ ਦੇ ਪੜ੍ਹੇ ਜੋ ਸਨ ਫਰੂਖਾਬਾਦ ਦੇ ਪੰਡਤ ਭਜਨ ਲਾਲ, ਉਹਨਾਂ ਨੂੰ ਜੋ ਸਨ ਉਹ ਬਾਈਬਲ ਪੜ੍ਹ ਕੇ ਸੁਣਾਇਆ ਕਰਦੇ ਸਨ। 8 ਮਾਰਚ 1953 ਨੂੰ ਇੱਕ ਕਲਕੱਤੇ ਦੇ ਵਿੱਚ ਸਮਾਗਮ ਰੱਖਿਆ ਗਿਆ। ਕਲਕੱਤੇ ਦੇ ਬਿਸ਼ਪ ਡਾਕਟਰ ਵਿਲਸਨ ਤੇ ਚੈਪਲਨ ਦੇ ਜੋ ਸਨ, ਇਹਨਾਂ ਨੇ ਦੀ ਅਗਵਾਈ ਦੇ ਵਿੱਚ ਸਿੱਖ ਰਾਜ ਦੇ ਇਸ ਆਖਰੀ ਚਿਰਾਗ ਨੂੰ ਈਸਾਈ ਬਣਾ ਦਿੱਤਾ ਗਿਆ। ਕੇਸ ਨਹੀਂ ਸਨ ਕਤਲ ਕੀਤੇ ਗਏ। ਉਹ ਲਿਖਦਾ ਹੈ ਕਿ ਉਸ ਵੇਲੇ ਉਸ ਸਮਾਗਮ ਦੇ ਵਿੱਚ ਕਈ ਸਿੱਖ ਤੇ ਪੰਜਾਬੀ ਜੋ ਸਨ ਬੜੇ ਮਾਸੂਮ ਹੋ ਕੇ, ਬੜੇ ਦੁਖੀ ਹੋ ਕੇ ਇਸ ਚੀਜ਼ ਨੂੰ ਦੇਖ ਰਹੇ ਸਨ। ਫਿਰ ਡਲਹੌਜੀ ਲੌਗਿਨ ਨੇ ਲਿਖਿਆ ਕਿ ਸਮਾਗਮ ਦੇ ਉਹ ਲੋਕੀ ਬੜੇ ਕਾਫੀ ਗਮਗੀਨ ਸਨ। ਤੇ ਫਿਰ ਉਸ ਤੋਂ ਬਾਅਦ ਉਹ ਲਿਖਦਾ ਉਸ ਤੇ 1 ਸਾਲ ਬਾਅਦ ਮਹਾਰਾਜਾ ਦੇ ਕੇਸ ਕਤਲ ਕਰਕੇ ਗੁਰੂ ਨਾਨਕ ਨਾਲੋਂ ਉਸ ਦਾ ਨਾਤਾ ਜੋ ਸੀ ਉਹ ਤੋੜ ਦਿੱਤਾ ਗਿਆ। ਉਹ ਇੱਕ ਵੈਸਟਰਨ ਲਿਖਾਰੀ ਇਹ ਗੱਲ ਸਮਝਦਾ ਹੈ ਕਿ ਜਦੋਂ ਉਸ ਤੇ ਕੇਸ ਕਤਲ ਕੀਤੇ ਗਏ, ਉਸ ਦਾ ਨਾਤਾ ਜੋ ਸੀ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਲੋਂ ਤੋੜ ਦਿੱਤਾ ਗਿਆ। ਭਾਵ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਨਾਤਾ ਜੋ ਹੈ ਉਹ ਸਿੱਖਾਂ ਦੇ ਜੋ ਹੈ ਉਹ ਕੇਸਾਂ ਕਰਕੇ ਹੈ। ਦੇਖੋ ਉਸ ਫਰੰਗੀ ਲਿਖਾਰੀ ਨੇ ਕਿਤਨਾ ਸਪਸ਼ਟ ਸੁਨੇਹਾ ਦਿੱਤਾ ਕਿ ਇਹ ਗੁਰਸਿੱਖਾ ਸਰੀਰਕ ਮੌਤ ਮਰ ਸਕਦਾ ਹੈ, ਪਰ ਜਦੋਂ ਤੇਰੇ ਕੇਸ ਕਤਲ ਹੋ ਜਾਣਗੇ ਤੇਰਾ ਨਾਤਾ ਆਪਣੇ ਗੁਰੂ ਦੇ ਨਾਲ ਟੁੱਟ ਜਾਏਗਾ। ਤੇ ਫਿਰ ਜਦੋਂ ਤੂੰ ਗੁਰੂ ਦੇ ਨਾਲੋਂ ਨਾਤਾ ਤੋੜ ਦਿੱਤਾ ਤੇ ਇੱਕ ਗੱਲ ਚੇਤੇ ਰੱਖੀ ਕਿ ਉਹ ਜੋ ਗੁਰੂ ਦੇ ਨਾਲੋਂ ਬੇਮੁਖ ਹੋ ਕੇ ਸੰਸਾਰ ਦੇ ਵਿੱਚ ਜਿਉਂਦੇ ਨੇ, ਉਹਨਾਂ ਨੂੰ ਕੋਈ ਚੇਤੇ ਨਹੀਂ ਕਰਦਾ। ਰੋਜ਼ ਅਰਦਾਸ ਦੇ ਅੰਦਰ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਰਿਸ਼ਤਾ ਜੋ ਸੀ ਉਹ ਗੁਰੂ ਦੇ ਨਾਲ ਪੱਕਾ ਕਰਕੇ ਰੱਖਿਆ। ਗੁਰੂ ਪਿਆਰ ਵਾਲਿਓ, ਜਦੋਂ ਉਸੇ ਬਾਬਾ ਭਾਈ ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ ਨੂੰ ਮਾਤਾ ਆਪਣੀ ਦੇ ਨਾਲ ਮਿਲਾਪ ਹੋਇਆ ਤੇ ਕਹਿੰਦੇ ਨੇ ਮਾਤਾ ਨੇ ਧੱਕਾ ਮਾਰ ਕੇ ਦੂਰ ਕੀਤਾ, ਮੇਰਾ ਦਲੀਪ ਨਹੀਂ ਹੋ ਸਕਦਾ, ਤੇਰੇ ਸਿਰ ਦੇ ਉੱਤੇ ਕੇਸ ਨਹੀਂ। ਉਹਨੇ ਮਾਫੀ ਮੰਗੀ, ਖਿਮਾ ਮੰਗੀ, ਕਹਿਣ ਲੱਗਾ ਮਾਂ ਮੈਂ ਤੇਰੇ ਨਾਲ ਵਾਅਦਾ ਕਰਦਾ, ਤੇਰਾ ਰਾਜ ਭਾਗ ਨਹੀਂ ਦੇ ਸਕਦਾ ਵਾਪਸ, ਮੈਂ ਤੇਰਾ ਜੋ ਹੈ ਸੁਹਾਗ ਵਾਪਸ ਨਹੀਂ ਲਿਆ ਸਕਦਾ, ਲੇਕਿਨ ਇੱਕ ਵਾਅਦਾ ਹੈ, ਜਿਸ ਸਿੱਖੀ ਤੋਂ ਮੈਨੂੰ ਦੂਰ ਕੀਤਾ ਗਿਆ ਹੈ ਮੈਂ ਅੰਮ੍ਰਿਤ ਛਕ ਕੇ ਵਾਪਸ ਸਿੰਘ ਸਜਾਂਗਾ। ਅਤੇ ਉਹਨਾਂ ਦੀਆਂ ਚਿੱਠੀਆਂ ਜੋ ਨੇ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਕਿਤਨੀ ਉਹਨਾਂ ਦੇ ਵਿੱਚ ਤੜਪ ਸੀ ਗੁਰੂ ਕੇ ਸਿੱਖ। ਜਿਵੇਂ ਉਸ ਨੇ ਇੱਕ ਚਿੱਠੀ 'ਚ ਲਿਖਿਆ ਸੀ ਕਿ ਮੈਂ ਮਾਂ ਜ਼ਰੂਰ ਅੰਮ੍ਰਿਤ ਛਕ ਕੇ ਸਿੰਘ ਸਜਾਂਗਾ। ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਵਿਛੜੀ ਜਿੰਦਾਂ ਨੂੰ ਜਦੋਂ ਦਲੀਪ ਮਿਲਿਆ ਤਾਹਾਂ ਮਾਰ ਕੇ ਰੋਈ ਮਜਬੂਰ ਮਾਤਾ, ਜੂੜਾ ਪੁੱਤ ਦੇ ਸਿਰ ਤੇ ਨਾ ਵੇਖ ਕੇ ਤੇ ਹੋਈ ਟੁੱਟ ਕੇ ਚਕਨਾ ਚੂਰ ਮਾਤਾ। ਅੱਗੋਂ ਕਿਹਾ ਉਸ ਮਾਤਾ ਦੇ ਚਰਨ ਫੜ ਕੇ ਫਿਰੰਗੀ ਕੀਤਾ ਹੀ ਸਿੱਖੀ ਤੋਂ ਦੂਰ ਮਾਤਾ, ਅੰਮ੍ਰਿਤ ਛਕ ਕੇ ਸਜੂਗਾ ਸਿੰਘ ਮੁੜ ਕੇ ਸੌ ਖਾਉਂਦਾ ਤੇਰੇ ਹਜੂਰ ਮਾਤਾ। ਉਹਨੇ ਕਸਮ ਖਾਦੀ ਮੈਂ ਅੰਮ੍ਰਿਤ ਛਕਾਂਗਾ। ਤੇ ਉਸਨੇ ਜਦੋਂ ਪੰਥ ਦੇ ਨਾਂ ਚਿੱਠੀ ਲਿਖੀ ਸੀ, ਕਹਿਣ ਲੱਗਾ ਮੈਂ ਮੁੜ ਕੇ ਅੰਮ੍ਰਿਤ ਛਕ ਕੇ ਪੰਥ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਾਂਗਾ, ਮੈਂ ਕੋਸ਼ਿਸ਼ ਕਰ ਰਿਹਾ, ਮੈਂ ਤਿਆਰ ਹਾਂ। ਤੇ ਕਹਿਣ ਲੱਗਾ ਕਿ ਮੈਨੂੰ ਉਮੀਦ ਹੈ ਮੇਰਾ ਪੰਥ, ਮੇਰਾ ਗੁਰੂ ਮੈਨੂੰ ਜ਼ਰੂਰ ਬਖਸ਼ੇਗਾ। ਹਾਲਾਂਕਿ ਗੁਨਾਹ ਉਸਦਾ ਕੋਈ ਨਹੀਂ ਸੀ। ਕਹਿਣ ਲੱਗਾ ਮੈਨੂੰ ਗੁਰੂ ਜ਼ਰੂਰ ਬਖਸ਼ੇਗਾ। ਇਹ ਗੁਰਸਿੱਖ ਮੁਕਤਸਰ ਦਾ ਦਾਤਾ ਬਖਸ਼ਿੰਦ ਹੈ। ਉਹ ਹਰ ਵੇਲੇ ਸਾਨੂੰ ਆਪਣੇ ਸੀਨੇ ਨਾਲ ਲਾਉਣ ਨੂੰ ਤਿਆਰ ਹੈ, ਬਖਸ਼ਣ ਲਈ ਤਿਆਰ ਹੈ। ਢੀਲ ਜੇ ਕਿਤੇ ਹੈ ਉਹ ਸਾਡੀ ਤਰਫੋਂ ਹੈ। ਆਓ ਕੋਸ਼ਿਸ਼ ਕਰੀਏ। ਗੁਰੂ ਪਿਆਰ ਵਾਲਿਓ,
ਰੋਮਾਂ ਦੀ ਬੇਅਦਬੀ ਕਰਨ ਵਾਲੇ ਨੌਜਵਾਨਾਂ ਦੇ ਕੋਲ ਜ਼ਰੂਰ ਪਹੁੰਚੀਏ, ਉਹਨਾਂ ਨੂੰ ਗੁਰੂ ਤੋਂ ਬੇਮੁਖ ਹੋਇਆਂ ਨੂੰ ਇਹ ਸੁਨੇਹਾ ਦੇਈਏ, ਆਓ ਮੁੜ ਖਾਲਸਾ ਬਣ ਕੇ ਗੁਰੂ ਦੀ ਨਿੱਘੀ ਗੋਦ ਜੋ ਹੈ ਉਹਦੇ 'ਚ ਬੈਠ ਜਾਈਏ। ਗੁਰੂ ਤੇ ਪੰਥ ਬਖਸ਼ਿੰਦ ਹੈ। ਪ੍ਰੋਫੈਸਰ ਪੂਰਨ ਸਿੰਘ ਜੀ, ਪ੍ਰਿੰਸੀਪਲ ਗੰਗਾ ਸਿੰਘ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ ਕਿ ਪਤਿਤ ਹੋਏ, ਫਿਰ ਮੁੜ ਕੇ ਪੰਥ ਦੇ ਵਿੱਚ ਆਏ, ਪੰਥ ਵਿੱਚ ਸ਼ਾਮਲ ਹੋਏ, ਕੇਵਲ ਸ਼ਾਮਲ ਨਹੀਂ ਹੋਏ, ਪੰਥ ਨੇ ਮੁੜ ਕੇ ਆਦਰ ਮਾਣ ਤੇ ਸਤਿਕਾਰ ਦਿੱਤਾ। ਤੇ ਅਸੀਂ ਅੱਜ ਦੇਖਦੇ ਹਾਂ ਕਿ ਉਹ ਜੋ ਸਿੱਖੀ ਜਿਸ ਨੇ ਅੱਤ ਦੇ ਤਸੀਹੇ ਚੱਲੇ ਤੇ ਤਸੀਹੇ ਚੱਲਣ ਤੋਂ ਬਾਅਦ ਵੀ ਸਾਬਤ ਸੁਰਤ ਰਹਿਣੀ ਬਹਿਣੀ ਵਾਲਿਆਂ ਨੇ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਜੋ ਹੈ ਉਹ ਜੋ ਸੀ ਆਪਣਾ ਵਡਮੁੱਲਾ ਯੋਗਦਾਨ ਪਾਇਆ। ਤੇ ਜ਼ਾਲਮ ਨੂੰ ਸਿੱਖ ਇਹ ਗੱਲ ਕੀ ਕਰਦੇ ਸਨ, ਜਿੰਨਾ ਮਰਜ਼ੀ ਜ਼ੁਲਮ ਹੋਵੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਭਾਈ ਜਿੰਨਾ ਮਰਜ਼ੀ ਜ਼ੁਲਮ ਹੋ ਜਾਵੇ, ਅਸੀਂ ਜੋ ਹੈ ਉਹ ਦੂਣ ਸਵਾਏ ਹੁੰਦੇ ਹਾਂ ਇਸ ਜ਼ੁਲਮ ਦੇ ਨਾਲ। ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਆਓ ਕੋਸ਼ਿਸ਼ ਕਰੀਏ, ਅਸੀਂ ਸਾਰੇ ਆਪਣੀ ਆਪਣੀ ਜੋ ਹਾਲਾਤ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਨੌਜਵਾਨਾਂ ਤੱਕ ਜ਼ਰੂਰ ਪਹੁੰਚੀਏ। ਹਰ ਜਥੇਬੰਦੀ, ਹਰ ਬੰਦਾ ਜੋ ਹੈ ਕੋਸ਼ਿਸ਼ ਕਰੇ ਕਿ ਅਸੀਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਸਿੱਖੀ ਤੋਂ ਪਤਿਤ ਨੇ, ਸਿੱਖੀ ਤੋਂ ਦੂਰ ਨੇ, ਉਹਨਾਂ ਨੂੰ ਮੁੜ ਕੇ ਸਿੱਖੀ ਵੱਲ ਲੈ ਕੇ ਆਈਏ। ਵਿਦਵਾਨ ਦਾ ਬੜਾ ਸੁੰਦਰ ਸੁਨੇਹਾ ਹੈ, ਗੱਲ ਉਹਨਾਂ ਦੀ ਜਗ ਤੇ ਹੋਣੀ ਹੈ। ਦੇਗਾਂ ਵਿੱਚ ਗਏ ਉਬਾਲੇ ਜੋ, ਖੋਪੜ ਦੇ ਕਾਸੇ ਜਿਨ੍ਹਾਂ ਤੇ ਅਬਲਾਂ ਲਈ ਬਣੇ ਪਿਆਲੇ ਜੋ, ਜ਼ਿੰਦਗੀ ਤੇ ਮੌਤ ਦੇ ਸਾਂਚੇ ਵਿੱਚ ਖਾਂਦੇ ਕਈ ਵਾਰ ਉਬਾਲੇ ਜੋ, ਕਦੀ ਚਰਖੀ ਹੈ ਕਦੀ ਆਰੇ ਚੋਂ ਆਸ਼ਿਕ ਦੇ ਗੀਤ ਸੰਭਾਲੇ ਜੋ। ਵੀਰ ਸੁਣ ਲਓ ਫੇਰ ਕਹਾਣੀ ਨੂੰ, ਜੋ ਦੇਸ਼ ਤੇ ਕਰ ਉਪਕਾਰ ਗਏ, ਇਹ ਬੁਰਜ ਉਹਨਾਂ ਦੀ ਬਾਤ ਕਰੇ ਜੋ ਧਰਮ ਤੋਂ ਆਪਾ ਵਾਰ ਗਏ। ਇਹ ਬੁਰਜ ਉਹਨਾਂ ਦੀ ਬਾਤ ਕਰੇ ਜੋ ਧਰਮ ਤੋਂ ਆਪਾ ਵਾਰ ਗਏ। ਤੇ ਫਿਰ ਟੱਠੀਆਂ ਹੋਈਆਂ ਕੌਮਾਂ ਖੜੋ ਜਾਂਦੀਆਂ ਨੇ ਜਦੋਂ ਸੀਸ ਆਪਣੇ ਉਸ ਮਾਲਕ, ਆਪਣੇ ਉਸ ਗੁਰੂ ਪ੍ਰਤੀ ਪਿਆਰ ਦੇ ਵਿੱਚ ਗੁਰੂ ਦੀ ਮੋਹਰ ਨੂੰ ਸਾਂਭਣ ਵਾਸਤੇ। ਹੋਈ ਵੱਧ ਘੱਟ ਲਈ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।